Hello 9th class, this is Varun Goyal, your maths teacher with the YouTube channel Way to Maths. So today our topic is exercise 13.6 of chapter number 13, name is surface area and volume. So we will continue this exercise with the questions based on the volume of a cylindrical shape figures. So let us start the exercise. Before starting the exercise, let me tell you what is the volume of cylinder. देखो राजे मेरी गल ध्यान नाल सुनो, सिलेंडर का वॉल्यूम हुंदा की है। सिलेंडर की जो नीचे वाला बेस है यानी कि सर्कुलर बेस, सर्कल का एरिया दैट इज पाई आर स्क्वेयर, एंड आफ्टरवर्ड्स वट दे आर गोइंग टू गिव अस किन्नी हाइट तक वो सर्कल का एरिया आप कंसीडर कर रहे हैं तो एक सिलेंड्रिकल शेप बन जाएगी अपने को। सो ਉਹਦਾ टोटल जो वॉल्यूम होएगा सिलेंडर का दैट इज पाई आर स्क्वेयर एच। सो दिस वन इज द वॉल्यूम ऑफ द सिलेंड्रिकल फिगर। वॉल्यूम सिलेंड्रिकल फिगर का फॉर्मूला ਤੁਹਾਨੂੰ मैं दस चुकिया मैं। नाउ लेट अस सी द फर्स्ट क्वेश्चन ऑफ दिस एक्सरसाइज एंड इट्स सोल्यूशन। फर्स्ट क्वेश्चन इज सर्कमफ्रांस ऑफ अ बेस ऑफ सिलेंड्रिकल वैसल इज 132 सेंटीमीटर। सर्कमफ्रांस दिता होया वा बेस का, सर्कमफ्रांस सर्कल का हुंदा वा 2 पाई आर, मतलब 2 पाई आर की वैल्यू 132 सेंटीमीटर आपां नूं गिवन है एंड इट्स हाइट इज 25 cm तो हाइट आपां नूं दित्ती हुई है 25 cm। हाउ मैनी लीटर्स ऑफ वाटर कैन इट होल्ड, ਇਹਦੇ ਵਿੱਚ ਕਿੰਨਾ ਲੀਟਰ ਪਾਣੀ ਆ ਸਕਦਾ। ਦੇਖੋ ਹਰ ਚੀਜ਼ ਸੈਂਟੀਮੀਟਰ 'ਚ ਆ ਤਾਂ ਓਬਵੀਅਸ ਦੀ ਗੱਲ ਹੈ ਵੀ ਵੋਲੀਅਮ ਵੀ ਆਪਾਂ ਸੈਂਟੀਮੀਟਰ 'ਚ ਹੀ ਕੱਢਾਂਗੇ। ਸੈਂਟੀਮੀਟਰ 'ਚ ਵੋਲੀਅਮ ਕੱਢਣ ਤੋਂ ਬਾਅਦ ਆਪਾਂ ਉਹਨੂੰ ਕੀ ਕਰਾਂਗੇ, 1 ਸੈਂਟੀਮੀਟਰ ਕਿਊਬ ਦਾ ਵੋਲੀਅਮ ਕੱਢ ਲਾਂਗੇ ਲੀਟਰਸ ਦੇ ਵਿੱਚ, ਤਾਂ ਉਸ ਤੋਂ ਬਾਅਦ ਆਪਾਂ 1000 ਦੇ ਨਾਲ ਡਿਵਾਈਡ ਕਰਕੇ ਵੀ ਵਿਲ ਗੈਟ ਆਰ ਆਂਸਰ। ਸੋ ਲੈਟ ਅਸ ਸੀ ਦਾ ਸੋਲੂਸ਼ਨ ਆਫ ਦਿਸ ਕੁਐਸਚਨ। ਹਾਂਜੀ ਸਟੂਡੈਂਟਸ, ਸੋ ਫਸਟ ਕੁਐਸਚਨ ਉਹਦਾ ਸੋਲੂਸ਼ਨ ਦੇਖਦੇ ਹਾਂ ਆਪਾਂ। ਫਸਟ ਕੁਐਸਚਨ ਦਾ ਸੋਲੂਸ਼ਨ ਕੀ ਆਏਗਾ, ਸਰਕਮਫਰੰਸ ਆਫ ਦ ਬੇਸ ਆਫ ਦ ਸਿਲੈਂਡਰੀਕਲ ਵੈਸਲ ਇਜ਼, ਸਰਕਮਫਰੰਸ ਸਰਕਮਫਰੰਸ ਆਪਾਂ ਨੂੰ ਗਿਵਨ ਹੈ 2 ਪਾਈ ਆਰ, ਬਟ ਉਹ ਕਿੰਨਾ ਕਹਿ ਰਹੇ ਬੁੱਕ ਵਾਲੇ ਵੀ 132 ਇਜ਼ ਇਕੁਅਲਸ ਟੂ 2 ਪਾਈ ਆਰ, ਜੋ ਕਿ ਆਪਾਂ ਨੂੰ ਬੁੱਕ ਦੇ ਵਿੱਚ ਗਿਵਨ ਹੈ। ਤਾਂ ਮੈਂ ਹੁਣ ਕੀ ਕਰੂੰਗਾ, 2 ਨੂੰ ਇੱਧਰ ਡਿਵਾਈਡ 'ਚ ਲਿਆਉਂਗਾ ਤਾਂ ਇਹ ਹੋ ਗਿਆ। ਦੇਖੋ ਇਹਨੂੰ ਪਹਿਲਾਂ ਲਿਖ ਲੈਂਦੇ ਹਾਂ, 132 ਇਜ਼ ਇਕੁਅਲਸ ਟੂ 2 ਮਲਟੀਪਲਾਈ 22/7 ਮਲਟੀਪਲਾਈਡ ਬਾਈ ਆਰ। ਤਾਂ ਮੈਂ ਆਰ ਨੂੰ ਇੱਕ ਸਾਈਡ ਰੱਖਿਆ, 132 ਆ 7 ਜੋ ਨੀਚੇ ਹੈ ਉੱਪਰ ਮਲਟੀਪਲਾਈ ਹੋ ਜਾਊਗਾ। ਦੋ ਟਰਮਸ ਜਿਹੜੀਆਂ ਉੱਪਰ ਨੇ ਉਹ ਕਿੱਥੇ ਮਲਟੀਪਲਾਈ ਹੋਣਗੀਆਂ, ਨੀਚੇ। ਤਾਂ ਤੁਸੀਂ ਇਹਨੂੰ ਕੈਂਸਲ ਆਊਟ ਕਰ ਸਕਦੇ ਹੋ। 2 ਦੇ ਟੇਬਲ 'ਤੇ 11, 2 ਦੇ ਟੇਬਲ 'ਤੇ 66, ਉਸ ਤੋਂ ਬਾਅਦ ਇਹ ਕਿੰਨਾ ਆਏਗਾ 6 'ਤੇ ਇੱਥੇ ਕਿੰਨਾ ਆਏਗਾ 3, 7 3 ਦਾ 21 cm। ਤਾਂ ਆਪਣੇ ਕੋਲ ਜੋ ਰੇਡੀਅਸ ਹੈ ਇਟ ਵਿਲ ਬੀ 21 cm। ਆਈ ਹੋਪ ਸੋ ਦਿਸ ਈਜ਼ੀ ਕੈਲਕੂਲੇਸ਼ਨ ਇਜ਼ ਕਲੀਅਰ ਟੂ ਯੂ ਆਲ। ਤੁਹਾਨੂੰ ਸਮਝ ਲੱਗ ਗਈ ਹੋਣੀ ਹੈ, ਈਜ਼ੀ ਕੈਲਕੂਲੇਸ਼ਨ ਆ। ਨਾਓ ਆਫਟਰਵਰਡਸ ਆਫਟਰ ਸੋਲਵਿੰਗ ਦਿਸ ਕੈਲਕੂਲੇਸ਼ਨ ਵਟ ਵੀ ਹੈਵ ਟੂ ਡੂ, ਆਰ ਆਪਾਂ ਨੂੰ ਮਿਲ ਗਈ। ਹੁਣ ਆਪਾਂ ਵੋਲੀਅਮ ਆਫ ਸਿਲੰਡਰ ਲੱਭਣਾ। ਹਾਈਟ ਆਪਾਂ ਨੂੰ ਕਿੰਨੀ ਗਿਵਨ ਹੈ, ਹਾਈਟ ਆਪਾਂ ਨੂੰ ਗਿਵਨ ਹੈ 35, ਠੀਕ ਹੈ ਜੀ। ਤਾਂ ਵੋਲੀਅਮ ਆਫ ਸਿਲੰਡਰ ਉਹ ਹੁੰਦਾ ਆਪਣੇ ਕੋਲੇ ਪਾਈ ਆਰ ਸਕੁਏਅਰ ਐਚ। ਆਈ ਨੋ ਤੁਸੀਂ ਕਹੋਗੇ ਕੁਐਸਚਨ ਦੇ ਵਿੱਚ R25 ਦਿੱਤੀ ਹੋਈ ਆ, ਬਟ ਇਹ ਕੁਐਸਚਨ ਦਾ ਆਨਸਰ ਜੋ ਹੈ ਉਹ R35 ਲੈ ਕੇ ਆਊਗਾ। ਸੋ ਆਪਣੀ ਬੁੱਕਸ ਦੇ ਵਿੱਚ ਕਰੈਕਸ਼ਨ ਕਰ ਲਓ ਦੈਟ R ਇਜ਼ 35। ਵੈਸੇ ਕੋਈ ਫਰਕ ਨਹੀਂ ਪੈਂਦਾ, ਜੇ ਤੁਸੀਂ R ਨੂੰ 25 ਲੈ ਕੇ ਵੀ ਕਰੋਗੇ ਤਾਂ ਵੀ ਤੁਹਾਡਾ ਆਨਸਰ ਆ ਜਾਊਗਾ, ਪਰ ਉਹ ਆਨਸਰ ਬੁੱਕ ਨਾਲ ਮੈਚ ਨਹੀਂ ਹੋਏਗਾ। ਸੋ ਆਫਟਰਵਰਡਸ ਆਫਟਰ ਹੈਵਿੰਗ ਦਿਸ, ਸੋ ਵੈਲਿਊਜ਼ ਫਿਲ ਕਰਦੇ ਹਾਂ। ਪਾਈ ਦੀ ਵੈਲਿਊ 22/7, ਆਰ ਦੀ ਵੈਲਿਊ ਹੈਗੀ ਆਪਣੇ ਕੋਲ 21 ਮਲਟੀਪਲਾਈ 21 ਅਤੇ ਐਚ ਦੀ ਵੈਲਿਊ ਹੈਗੀ ਹੈ 35। ਮੈਂ 7 ਦੇ ਟੇਬਲ 'ਤੇ 21 ਨੂੰ ਕੈਂਸਲ ਕੀਤਾ 3 'ਤੇ। ਇਹਨਾਂ ਸਾਰੇ ਨੰਬਰਸ ਨੂੰ ਮਲਟੀਪਲਾਈ ਕਰਕੇ ਵਟ ਆਈ ਵਿਲ ਹੈਵ ਏਅਰ, ਆਈ ਵਿਲ ਹੈਵ ਏਅਰ 48510 ਸੈਂਟੀਮੀਟਰ ਕਿਊਬ, ਕਿਉਂਕਿ ਵੋਲੀਅਮ ਹਮੇਸ਼ਾ ਕਿਊਬ ਦੇ ਵਿੱਚ ਹੁੰਦਾ, ਠੀਕ ਹੈ ਜੀ। ਸੋ ਇਹ ਆ ਗਿਆ ਆਪਣੇ ਕੋਲ ਆਨਸਰ। ਉਸ ਤੋਂ ਬਾਅਦ ਹੁਣ ਮੈਨੂੰ ਪਤਾ ਹੈ ਵੀ ਆਪਾਂ ਇਹਨੂੰ ਲੀਟਰਸ 'ਚ ਕਨਵਰਟ ਕਰਨਾ ਹੈ। ਜੋ ਬੁੱਕ 'ਚ ਦਿੱਤਾ ਹੋਇਆ ਵਾ 1000 ਸੈਂਟੀਮੀਟਰ ਕਿਊਬ ਇਜ਼ ਇਕੁਅਲਸ ਟੂ 1 ਲੀਟਰ। ਦਿਸ ਇੰਪਲਾਈਜ਼ 1 ਸੈਂਟੀਮੀਟਰ ਕਿਊਬ ਇਜ਼ ਇਕੁਅਲਸ ਟੂ 1/1000 ਲੀਟਰ। ਦਿਸ ਇੰਪਲਾਈਜ਼ 48510 ਸੈਂਟੀਮੀਟਰ ਕਿਊਬ ਇਜ਼ ਇਕੁਅਲ ਟੂ 48510 ਸੈਂਟੀਮੀਟਰ ਕਿਊਬ ਦਾ ਜਦੋਂ ਆਪਾਂ ਚੇਂਜ ਕਰਾਂਗੇ ਅਪੋਨ 1000 ਲੀਟਰ। ਜ਼ੀਰੋ ਨਾਲ ਆ ਜ਼ੀਰੋ ਕੈਂਸਲ ਹੋ ਗਈ, ਇੱਥੇ 2 ਡਿਜਿਟ ਛੱਡ ਕੇ ਆਪਾਂ ਪੁਆਇੰਟ ਲਗਾਵਾਂਗੇ 48.51 ਲੀਟਰ। ਦਿਸ ਵਿਲ ਬੀ ਦ ਰਿਕੁਆਇਰਡ ਆਂਸਰ ਆਫ ਯੂਅਰ question number 1. So here your question number 1 is completed. Let us see the statement of the next question. Hanji students, I hope so you are able to see the statement, otherwise you keep your book in your hands while watching my video. ठीक है जी। The inner diameter of a cylindrical wooden pipe is 24 cm. Outer diameter is 28 cm. The length of the pipe is 35 cm. Find the mass of the pipe if 1 centimeter cube of wood has a mass of 0.6 grams. ठीक है, वो बात की गल है भी ਇਹ ਮਾਸ ਆਪਾਂ ਗ੍ਰਾਮਸ 'ਚ ਕਿਵੇਂ ਕਨਵਰਟ ਕਰਨਾ ਉਹ ਬਾਅਦ 'ਚ ਦੇਖਦੇ ਹਾਂ। ਸਭ ਤੋਂ ਪਹਿਲਾਂ ਤਾਂ
ਵੁਡਨ ਮਾਸ ਚਾਹੀਦਾ ਆਪਾਂ ਨੂੰ। ਤੁਹਾਨੂੰ ਮੈਂ ਇੱਕ ਹੋਲੋ ਪਾਈਪ ਦੀ ਫਿਗਰ ਦਿਖਾਈ ਹੋਈ ਹੈ, ਤੁਹਾਨੂੰ ਯਾਦ ਹੋਣਾ ਹੋਲੋ ਸਿਲੰਡਰ ਜਿਹਦਾ ਇਨਰ ਸਰਫੇਸ ਏਰੀਆ ਵੀ ਹੁੰਦਾ ਤੇ ਆਊਟਰ ਸਰਫੇਸ ਏਰੀਆ ਵੀ ਹੁੰਦਾ। ਦੇਖੋ ਵੁਡਨ ਦਾ ਮਾਸ ਕੱਢਣ ਦਾ ਮਤਲਬ ਆ ਵੀ ਉਹ ਜਿਹੜੀ ਪਾਈਪ ਬਣਾਈ ਹੋਈ ਆ ਉਹ 'ਚ ਕਿੰਨੀ ਵੁੱਡ ਲੱਗੀ ਹੈ ਬਣਾਉਣ ਦੀ, ਠੀਕ ਹੈ। ਕਿੰਨੀ ਵੁੱਡ ਲੱਗੀ ਹੈ ਮਤਲਬ ਉਹਦਾ ਆਊਟਰ ਸਰਫੇਸ ਹੋ ਗਿਆ ਤੇ ਅੰਦਰੋਂ ਪਾਈਪ ਕਿੰਨੀ ਜ਼ਿਆਦਾ ਮੋਟੀ ਆ ਉਹ ਆਪਾਂ ਦੇਖ ਲਾਂਗੇ, ਠੀਕ ਹੈ ਜੀ। ਜਸਟ ਅ ਮਿੰਟ। ਸੋ ਆਪਣੇ ਕੋਲ ਕੀ ਆ, ਆਪਾਂ ਆਊਟਰ ਸਰਫੇਸ ਦਾ ਦੇਖਾਂਗੇ, ਇਨਰ ਸਰਫੇਸ ਦਾ ਦੇਖਾਂਗੇ। ਆਪਾਂ ਆਊਟਰ ਸਰਫੇਸ ਦੇ ਵਿੱਚੋਂ ਇਨਰ ਸਰਫੇਸ ਨੂੰ ਕੀ ਕਰਾਂਗੇ, ਆਊਟਰ ਸਰਫੇਸ ਏਰੀਆ ਨੂੰ ਯੂਜ਼ ਕਰਾਂਗੇ। ਤਾਂ ਵੋਲਿਊਮ ਆਫ ਦਾ ਵੁੱਡ ਕਿੰਨਾ ਆਏਗਾ, ਵੋਲਿਊਮ ਆਫ ਆਊਟਰ ਸਿਲੰਡਰ, ਬਾਹਰਲੇ ਸਿਲੰਡਰ ਦਾ ਵੋਲਿਊਮ ਮਾਈਨਸ ਅੰਦਰਲੇ ਸਿਲੰਡਰ ਜੋ ਖਾਲੀ ਸਿਲੰਡਰ ਅੰਦਰੋਂ ਉਹਦਾ ਵੋਲਿਊਮ, ਉਹਨੂੰ ਮਾਈਨਸ ਕਰਾਂਗੇ ਤਾਂ ਇਕੱਲੀ ਲੱਕੜੀ ਜੋ ਲੱਕੜੀ ਯੂਜ਼ ਹੋਈ ਆ ਉਹਦਾ ਵੋਲਿਊਮ ਆਪਾਂ ਨੂੰ ਮਿਲ ਜਾਏਗਾ। ਸੋ ਲੈਟ ਅਸ ਸੀ ਦਾ ਸੋਲਿਊਸ਼ਨ ਆਫ ਦਿਸ ਕੁਐਸਚਨ। ਸੋ ਵੈਲ ਵੀ ਵਿਲ ਸਟਾਰਟ ਸੋਲਵਿੰਗ ਦਿਸ ਕੁਐਸਚਨ। ਸੋਲਵ ਕਰਨਾ ਸਟਾਰਟ ਕਰਦੇ ਹਾਂ। ਦੇਖੋ ਆਪਾਂ ਵੁੱਡ ਦਾ ਵੋਲਿਊਮ ਕੱਢਣਾ ਵੀ ਕਿੰਨੀ ਵੁੱਡ ਲੱਗੀ ਹੈ। ਤਾਂ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਪਾਈਪ ਦੀ ਸ਼ੇਪ ਕਿੱਦਾਂ ਦੀ ਹੈ। ਡਾਇਗਰਾਮ ਸਮਝੋ ਪਹਿਲਾਂ ਪਾਈਪ ਦੀ। ਜਸਟ ਅ ਮਿਨਟ। It was just a try to make a pipe. ਕੁਛ ਇਸ ਤਰ੍ਹਾਂ ਦੀ ਪਾਈਪ ਆ। ਤਾਂ ਆਪਾਂ ਆਹ ਜਿਹੜੀ ਚੀਜ਼ ਹੈ ਨਾ, ਆਹ ਵਾਲੀ ਅੰਦਰੋਂ ਤਾਂ ਇਹ ਤਾਂ ਹੋਲੋ ਹੈ, ਆਹ ਤਾਂ ਹੋਲੋ ਹੋ ਗਈ ਪਾਈਪ ਅੰਦਰੋਂ। ਆਹ ਜਿਹੜੀ ਚੀਜ਼ ਹੈ ਨਾ, ਆਪਾਂ ਇਹਦਾ ਵੋਲਿਊਮ ਕੱਢਣਾ। ਇਹਦਾ ਵੋਲਿਊਮ ਕਿਵੇਂ ਕੱਢਾਂਗੇ, ਅੰਦਰਲੀ ਸਿਲੈਂਡਰੀਕਲ ਸ਼ੇਪ ਨੂੰ ਆਪਾਂ ਮਾਈਨਸ ਕਰਾਂਗੇ ਬਾਹਰਲੀ ਸਿਲੈਂਡਰੀਕਲ ਸ਼ੇਪ ਦੇ ਵਿੱਚੋਂ। ਤਾਂ ਆਪਣੇ ਕੋਲ ਆਹ ਜੋ ਮੈਂ ਲਾਈਨਸ ਲਗਾਈਆਂ ਨੇ ਇਹ ਬਚ ਜੂਗਾ ਆਪਣੇ ਕੋਲ ਹਿੱਸਾ, ਇਹ ਵਾਲਾ, ਠੀਕ ਹੈ ਜੀ। ਸੋ ਦੇਖਦੇ ਹਾਂ ਆਪਾਂ ਹੁਣ ਆਪਾਂ ਇਹਨੂੰ ਸੋਲਵ ਕਿਵੇਂ ਕਰਨਾ। ਸੋ ਸੈਕਿੰਡ ਕੁਐਸਚਨ ਇੰਪਲਾਈਜ਼, ਵਾਟ ਇਟ ਇੰਪਲਾਈਜ਼, ਆਪਣੇ ਕੋਲ ਡਾਇਆਮੀਟਰ ਦਿੱਤਾ ਹੋਇਆ इनर डायमीटर इट इज़ इक्वल्स टू 24 cm। दिस इंप्लाइज रेडियस आएगा अपने को 12 cm। तो आउटर डायमीटर कितना दिता होया आपां नूं, आउटर डायमीटर दिता होया 28 cm। दिस इंप्लाइज रेडियस कितना आएगा 14 cm। तो हुण आपां कढना की है, इनर वॉल्यूम ऑफ अ पाइप, इनर वॉल्यूम ऑफ द पाइप अपने को आएगा पाई r²h, ठीक है जी। तो आउटर वॉल्यूम कितना आएगा अपने को, वो भी आएगा पाई कैपिटल R²h में आर कैपिटल क्यों यूज़ की है, स्मॉल क्यों, क्योंकि इनर ते आउटर की रेडियस का फर्क आ, ठीक है। तो आप वॉल्यूम ऑफ वुड कढ़ना है, वॉल्यूम ऑफ वुड ਉਹਦਾ फार्मूला आएगा पाई कैपिटल R² माइनस पाई स्मॉल r²h। तो ये मैं पाई h कॉमन कढ़ी, इतने रहेगा r² माइनस r²। तुसीं इहदे च वैल्यूज़ फिल करोगे, वैल्यूज़ फिल करते हैं आप। सो वैल्यूज़ फिल करके देखते हैं अपने को की आता है। वैल्यूज़ फिल करके इतने आएगा अपने को 22/7 पाई की वैल्यू, एच की वैल्यू अपन गिवन है 35, r² माइनस r² मतलब 14 द स्क्वायर माइनस 12 द स्क्वायर। आफ्टर सॉल्विंग दिस कैलकुलेशन यू विल हैव हेयर 5720 सेंटीमीटर क्यूब। ये आएगा थोड़े को रिक्वायर्ड वॉल्यूम इधरली साइड से मैं जो लिखे। आफ्टर दिस हुण आपां इहनूं करना की है, ग्राम्स दे विच आपां इहनूं कन्वर्ट करना है। ग्राम्स च कन्वर्ट करन दे लई ਆਪਾਂ ਕੀ ਕਰਾਂਗੇ, ਇਹਨੂੰ 0.6 ਦੇ ਨਾਲ ਇਨ ਗ੍ਰਾਮਸ, ਗ੍ਰਾਮ ਦੇ ਵਿੱਚ ਕਨਵਰਟ ਕਰਨ ਲਈ 5720 ਨੂੰ ਆਪਾਂ 0.6 ਜੋ ਦਿੱਤਾ ਹੋਇਆ ਉਹਦੇ ਨਾਲ ਕਰਾਂਗੇ ਮਲਟੀਪਲਾਈ ਕਰਨ ਤੋਂ ਬਾਅਦ ਯੂ ਵਿਲ ਗੈਟ ਹੇਅਰ 3432 ਗ੍ਰਾਮ, 3432 ਗ੍ਰਾਮਸ। ਇਹ ਤੁਹਾਡਾ ਆਏਗਾ ਆਨਸਰਸ ਇਨ ਗ੍ਰਾਮਸ, ਠੀਕ ਹੈ। ਤੇ ਜੇ ਤੁਸੀਂ ਗ੍ਰਾਮ ਨੂੰ ਕਿਲੋਗ੍ਰਾਮ 'ਚ ਕਰਨਾ ਚਾਹੁੰਦੇ ਹੋ ਤਾਂ ਇਹਨੂੰ 1000 ਦੇ ਨਾਲ ਡਿਵਾਈਡ ਕਰ ਦਿਓ, ਤੁਹਾਡਾ ਆਨਸਰ ਕਿਲੋਗ੍ਰਾਮ ਦੇ ਵਿੱਚ ਵੀ ਆ ਜਾਏਗਾ। ਸੋ ਹੇਅਰ ਯੂਅਰ ਸੈਕਿੰਡ ਕੁਐਸਚਨ ਇਜ਼ ਓਵਰ। ਨਾਓ ਲੈਟ ਅਸ ਸੀ द थर्ड वन की स्टेटमेंट देखते हैं। सब तो पहले आप भी थर्ड क्वेश्चन की स्टेटमेंट की है, आफ्टरवर्ड्स वी विल सी इट्स सोल्यूशन। सो नाउ सी द स्टेटमेंट ऑफ क्वेश्चन नंबर 3। सॉफ्ट ड्रिंक इज़ अवेलेबल इन 2 पैक्स, ठीक है जी। सॉफ्ट ड्रिंक का अवेलेबल है 2 पैक्स के विच। अ टीन कैन विद रैक्टेंगुलर बेस ऑफ लेंथ 5 सेंटीमीटर विथ 4 सेंटीमीटर एंड हैविंग हाइट 15 सेंटीमीटर। एक तो अपने को हैगा रैक्टेंगुलर, एक तो रैक्टेंगुलर जिमें फ्रूटी होंगी है ना, रैक्टेंगुलर 10 या 15 रुपये वाली जी बाजार चों मिलती है गत्ते जी वाली, एक तो उदा की पैक के विच। ते एक अपन सैकेंड दिता है वा प्लास्टिक सिलेंडर विद सर्कुलर बेस ऑफ डायमीटर 7 सेंटीमीटर हाइट 10 सेंटीमीटर। विच कंटेनर हैज़ अ ग्रेटर कैपेसिटी एंड बाय हाउ मच, किहड़े कंटेनर की कैपेसिटी ज़्यादा वा ते कितनी ज़्यादा वा, ये आपां फाइंड आउट करनी है, ठीक है जी। ये फाइंड आउट करने के लिए देखो अपने को जिहड़ा क्यूबॉइड बॉक्स दिता होया, फ्रूटी क्यूबॉइड ही हुंदी है। क्यूबॉइड का आप वॉल्यूम कढ़ांगे LBH होंदा है, ठीक है जी। दूसरी कैन अपने को सिलेंडरिकल शेप दी है, तो आप सिलेंडर का वॉल्यूम कढ़ांगे, सिलेंडर का वॉल्यूम होंदा पाई r²h। दोनों के वॉल्यूम कढ़ के आप ये दसांगे भी किहड़ा मैक्सीमम आ।
ਜਿਹੜਾ ਵੀ ਵੋਲਿਊਮ ਮੈਕਸਿਮਮ ਹੋਇਆ ਉਹ ਲਿਖ ਦਾਂਗੇ। ਉਸ ਤੋਂ ਬਾਅਦ ਉਹ ਵੋਲਿਊਮ ਕਿੰਨਾ ਮੈਕਸਿਮਮ ਆ ਤਾਂ ਆਪਾਂ ਵੱਡੇ ਵੋਲਿਊਮ ਦੇ ਵਿੱਚੋਂ ਛੋਟਾ ਵੋਲਿਊਮ ਮਾਈਨਸ ਕਰ ਦਾਂਗੇ। ਯੂ ਵਿਲ ਗੈਟ ਯੂਅਰ ਆਂਸਰ ਆਫ ਦਿਸ ਕੁਐਸਚਨ। ਸੋ ਲੈਟ ਅਸ ਸੀ ਦ ਸੋਲੂਸ਼ਨ ਆਫ ਦਿਸ ਕੁਐਸਚਨ ਆਲਸੋ। ਵੈਲ ਯੂ ਕੈਨ ਸੀ ਹੇਅਰ ਦ ਸੋਲੂਸ਼ਨ ਆਫ ਯੂਰ ਕੁਐਸਚਨ ਨੰਬਰ 3। ਸਭ ਤੋਂ ਪਹਿਲਾਂ ਕੇਸ 1 ਦੇ ਵਿੱਚ ਆਊਗਾ ਕੈਪੈਸਿਟੀ ਆਫ ਟੀਨ ਕੈਨ। ਕੈਪੈਸਿਟੀ ਆਫ ਟੀਨ ਕੈਨ, ਉਹਦੀ ਕੈਪੈਸਿਟੀ ਆਪਣੇ ਕੋਲ ਕਿੰਨੀ ਆਏਗੀ, L ਮਲਟੀਪਲਾਈ B ਮਲਟੀਪਲਾਈਡ H। L ਦੀ ਵੈਲਿਊ ਆਪਣੇ ਕੋਲ 5 cm ਦਿੱਤੀ ਹੋਈ ਹੈ, B ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਸੀ 4 cm ਮਲਟੀਪਲਾਈ H ਦੀ ਵੈਲਿਊ ਹੈ 15 cm। ਆਫਟਰ ਹੈਵਿੰਗ ਅ ਮਲਟੀਪਲਾਈ 5 4 20 20 ਨੂੰ 15 ਨਾਲ ਕਰਾਂਗੇ ਇਟ ਵਿਲ ਬੀ 300 ਸੈਂਟੀਮੀਟਰ ਕਿਊਬ। ਸੋ ਇਹ ਹੋ ਗਈ। ਉਸ ਤੋਂ ਬਾਅਦ ਆਪਾਂ ਕੱਢਾਂਗੇ, ਦੇਖੋ ਡਾਇਆਮੀਟਰ ਬੇਸ ਸਿਲੰਡਰ ਦਾ ਆਪਾਂ ਨੂੰ ਕੋਨ ਵਾਲੇ 'ਚ ਦਿੱਤਾ ਹੋਇਆ 7 ਸੈਂਟੀਮੀਟਰ। ਤਾਂ ਰੇਡੀਅਸ ਸੈਕਿੰਡ ਪਾਰਟ ਦੇ ਵਿੱਚ ਰੇਡੀਅਸ ਕਿੰਨਾ ਆਏਗਾ 7/2 ਸੈਂਟੀਮੀਟਰ। ਠੀਕ ਹੈ ਜੀ। ਤਾਂ ਕੈਪੈਸਿਟੀ ਆਫ ਪਲਾਸਟਿਕ ਕੈਨ, ਪਲਾਸਟਿਕ ਕੈਨ ਦੀ ਜੋ ਕੈਪੈਸਿਟੀ ਹੈ ਉਹ ਆਪਣੇ ਕੋਲ ਕਿੰਨੀ ਆ ਜਾਏਗੀ, ਉਹ ਆਏਗੀ ਆਪਣੇ ਕੋਲ ਵੋਲਿਊਮ ਆਫ ਸਿਲੰਡਰ ਦੇ ਇਕੁਅਲ, ਮਤਲਬ ਪਾਈ R²H। ਪਾਈ ਦੀ ਵੈਲਿਊ 22/7, R ਦੀ ਵੈਲਿਊ 7/2 ਮਲਟੀਪਲਾਈ 7/2 ਐਂਡ H ਦੀ ਵੈਲਿਊ ਆਪਣੇ ਕੋਲ ਕਿੰਨੀ ਆਏਗੀ, ਹਾਈਟ ਜੋ ਕਿ ਆਪਾਂ ਨੂੰ ਗਿਵਨ ਹੈ ਇਟ ਵਿਲ ਬੀ 10 ਸੈਂਟੀਮੀਟਰ। ਠੀਕ ਹੈ ਜੀ। ਆਹ 7 ਦੇ ਨਾਲ 7 ਕੱਟਿਆ ਗਿਆ, ਆਹ 2 ਦੇ ਨਾਲ 11 ਤੇ ਆਹ 2 ਦੇ ਨਾਲ 5 ਤੇ 11 7s ਦਾ 77, 77 into 5 ਇਟ ਵਿਲ ਬੀ 385 ਸੈਂਟੀਮੀਟਰ ਕਿਊਬ। ਸੋ ਆਪਾਂ ਨੂੰ ਪਤਾ ਚੱਲ ਗਿਆ ਵੀ ਜੋ ਪਲਾਸਟਿਕ ਸਿਲੰਡਰੀਕਲ ਕੈਨ ਆ ਉਹਦਾ ਵੋਲਿਊਮ ਜ਼ਿਆਦਾ ਵਾ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਬਾਈ ਹਾਊ ਮੱਚ, ਕਿੰਨਾ ਜ਼ਿਆਦਾ ਵਾ ਉਹ ਫਾਈਂਡ ਆਊਟ ਕਰਨਾ। ਤਾਂ ਉਹ ਫਾਈਂਡ ਆਊਟ ਕਰਾਂਗੇ 385 cm ਕਿਊਬ ਮਾਈਨਸ 300 cm ਕਿਊਬ ਇਟ ਵਿਲ ਬੀ 85 ਸੈਂਟੀਮੀਟਰ ਕਿਊਬ ਆਂਸਰ। ਸੋ ਦਿਸ ਵਿਲ ਬੀ ਦ ਆਂਸਰ ਆਫ ਯੂਰ ਕੁਐਸਚਨ ਨੰਬਰ 3। in such a way you are able to solve this question। ਠੀਕ ਹੈ ਜੀ। let us see the question number 4। ਹੁਣ ਆਪਾਂ 4th ਦੀ ਸਟੇਟਮੈਂਟ ਦੇਖਦੇ ਹਾਂ, then its proof। so students question number 4 ਦੇਖੋ, if the lateral surface of a cylinder is 94.2 centimeter cube, ਜੇ lateral surface cylinder ਦਾ 94.2 centimeter cube ਆ and its height is 5 centimeter ਤੇ height ਉਹਦੀ ਹੈਗੀ ਹੈ 5 centimeter, then find radius of its base ਤੇ ਇਟਸ ਵੋਲਿਊਮ। ਤਾਂ ਆਪਾਂ ਫਾਈਂਡ ਕਰਨਾ ਵਾ ਰੇਡੀਅਸ ਉਹਦੇ ਬੇਸ ਦਾ, ਫਿਰ ਆਪਾਂ ਬਾਅਦ 'ਚ ਵੋਲਿਊਮ ਕੱਢਣਾ। ਦੇਖੋ ਇਹਦਾ ਵੋਲਿਊਮ ਵਾਲਾ ਪਾਰਟ ਮੈਂ ਨਹੀਂ ਕਰਵਾਉਂਗਾ ਕਿਉਂਕਿ ਵੋਲਿਊਮ ਸਿਲੰਡਰ ਦਾ ਆਪਾਂ ਨੂੰ ਪਤਾ πr²H ਹੁੰਦਾ ਹੈ। ਹਾਂ ਰੇਡੀਅਸ ਕਿਵੇਂ ਫਾਈਂਡ ਕਰਨਾ ਉਹ ਤੁਹਾਨੂੰ ਮੈਂ ਦੱਸ ਦਿੰਦਾ। ਦੇਖੋ ਲੇਟਰਲ ਸਰਫੇਸ ਏਰੀਆ ਆਫ ਸਿਲੰਡਰ ਇਜ਼ 94.2, ਇਹਨੂੰ ਆਪਾਂ ਯੂਜ਼ ਕਰਾਂਗੇ, ਹਾਈਟ ਨੂੰ ਯੂਜ਼ ਕਰਾਂਗੇ ਤਾਂ ਆਪਣੇ ਕੋਲ ਆਂਸਰ ਆ ਜਾਏਗਾ। ਦੇਖੋ ਆਪਾਂ ਨੂੰ ਇੰਨਾ ਪਤਾ ਹੈ ਵੀ ਲੇਟਰਲ ਸਰਫੇਸ ਏਰੀਆ ਜਿਹੜਾ ਹੁੰਦਾ ਉਹ ਹੁੰਦਾ 2πrH। ਕੁਐਸਚਨ ਨੰਬਰ 4 ਪ੍ਰੂਫ ਦੇਖੋ, ਆਪਾਂ ਨੂੰ ਪਤਾ ਹੈ ਲੇਟਰਲ ਸਰਫੇਸ ਏਰੀਆ ਆਫ ਸਿਲੰਡਰ ਇਟ ਵਿਲ ਬੀ 2πrH। ਉਹ ਆਪਾਂ ਨੂੰ ਦਿੱਤਾ ਕਿੰਨਾ ਹੋਇਆ ਵਾ, ਉਹ ਦਿੱਤਾ ਹੋਇਆ ਆਪਾਂ ਨੂੰ ਇਹਨਾਂ ਨੇ 94.2। ਠੀਕ ਹੈ ਜੀ। ਇਕੁਅਲਸ ਟੂ 2 ਇੱਥੇ ਇੱਦਾਂ ਹੀ, ਪਾਈ ਦੀ ਵੈਲਿਊ ਉਹਨਾਂ ਨੇ ਆਪਾਂ ਨੂੰ ਯੂਜ਼ ਕਰਨ ਲਈ ਕਹੀ ਹੈ 3.14 ਮਲਟੀਪਲਾਈ R ਆਪਾਂ ਨੂੰ ਪਤਾ ਨਹੀਂ ਹੈ ਤੇ H ਦੀ ਵੈਲਿਊ ਆਪਾਂ ਨੂੰ ਗਿਵਨ ਹੈ 5। ਸੋ ਆਪਾਂ ਇਹ ਸਾਰੀਆਂ ਵੈਲਿਊਜ਼ ਨੂੰ ਫਿਲ ਕਰ ਲਿਆ ਇੱਥੇ। ਆਫਟਰ ਫਿਲਿੰਗ ਥੀਸ ਵੈਲਿਊਜ਼ ਹੁਣ ਆਪਾਂ ਕਰਨਾ ਕੀ ਹੈ, 9.42 ਓਵਰ 3.14 ਮਲਟੀਪਲਾਈਡ ਬਾਈ 10 ਇਕੁਅਲ ਟੂ R, ਇਹ ਚੀਜ਼ ਆ ਜੂਗੀ। ਠੀਕ ਹੈ ਰਾਜੀ। ਇੱਥੋਂ ਦੇਖੋ ਤੁਸੀਂ ਪੁਆਇੰਟ ਤੋਂ ਬਾਅਦ ਨੀਚੇ 10 ਲੱਗਣਾ ਹੈ, ਇੱਥੇ ਪੁਆਇੰਟ ਤੋਂ ਬਾਅਦ ਉੱਪਰ 100 ਲੱਗਣਾ ਹੈ। ਸੋ ਇਹਦਾ ਮਤਲਬ ਆਲਮੋਸਟ ਪੁਆਇੰਟਸ ਕੈਂਸਲ ਹੋ ਜਾਣਗੇ ਤਾਂ 314 ਮਲਟੀਪਲਾਈ 1 ਇਹ ਆਪਣੇ ਕੋਲ ਸਿੰਪਲ ਟਰਮ ਬਚ ਜਾਏਗੀ। ਤਾਂ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹ ਇਹਦੇ ਟੇਬਲ ਦੇ 3 ਤੇ ਆਉਂਦਾ ਹੈ। ਤਾਂ ਦਿਸ ਇੰਪਲਾਈਜ਼ ਵੈਲਿਊ ਆਫ R ਇਜ਼ 3। ਇੱਦਾਂ ਤੁਸੀਂ R ਦੀ ਵੈਲਿਊ ਫਾਈਂਡ ਕਰ ਸਕਦੇ ਹੋ ਇਸ ਕੁਐਸਚਨ 'ਚ। R ਦੀ ਵੈਲਿਊ ਫਾਈਂਡ ਹੋ ਚੁੱਕੀ ਆ, ਹੁਣ ਤੁਸੀਂ ਵੋਲਿਊਮ ਫਾਈਂਡ ਕਰਨਾ ਹੈ। ਵੋਲਿਊਮ ਦਾ ਫਾਰਮੂਲਾ πr²H ਆ, ਉਹ ਯੂਜ਼ ਕਰਕੇ ਤੁਸੀਂ ਇਹਨੂੰ ਫਾਈਂਡ ਕਰ ਸਕਦੇ ਹੋ। ਲੈਟ ਅਸ ਸੀ ਦਾ ਨੈਕਸਟ ਕੁਐਸਚਨ। ਹਾਂਜੀ ਸਟੂਡੈਂਟਸ, ਐਜ਼ ਯੂ ਕੈਨ ਸੀ ਹੇਅਰ ਕੁਐਸਚਨ ਨੰਬਰ 5 ਸਟੇਟਮੈਂਟ ਇਜ਼ ਦਾ ਕਾਸਟ ₹2200 ਟੂ ਪੇਂਟ ਅ ਇਨਰ ਕਰਵਡ ਸਰਫੇਸ ਏਰੀਆ ਆਫ ਅ ਸਿਲੈਂਡਰੀਕਲ ਵੈਸਲ। ਇੱਕ ਸਿਲੈਂਡਰੀਕਲ ਵੈਸਲ ਆ ਜਿਹਦਾ ਅੰਦਰਲਾ ਕਰਵਡ ਸਰਫੇਸ ਏਰੀਆ ਆਪਾਂ ਜਦੋਂ ਅੰਦਰੋਂ ਉਹਨੂੰ ਪੇਂਟ ਕਰਨਾ ਵਾ ਉਹਦੀ ਕਾਸਟ 2200 ਰੁਪਈਏ ਆ। ਠੀਕ ਹੈ ਜੀ। ਤੇ ਵੈਸਲ 10 ਮੀਟਰ ਡੀਪ ਆ, ਮਤਲਬ ਹਾਈਟ ਉਹਦੀ 10 ਮੀਟਰ ਆ। ਇਫ ਦਾ ਕਾਸਟ ਆਫ ਪੇਂਟਿੰਗ ਇਜ਼ ਐਟ ਦਾ ਰੇਟ ਆਫ ₹20 ਪਰ ਮੀਟਰ ਸਕੁਅਰ, ਜੇ ਕਾਸਟ ਪੇਂਟਿੰਗ ਦੀ 20 ਰੁਪਏ ਪਰ ਮੀਟਰ ਸਕੁਅਰ ਹੋਈ, ਫਾਈਂਡ ਕਰਨਾ ਇਨਰ ਕਰਵਡ ਸਰਫੇਸ ਏਰੀਆ ਆਫ ਦਾ ਵੈਸਲ, ਰੇਡੀਅਸ ਆਫ ਦਾ ਬੇਸ
कैपेसिटी ऑफ द वैसल, कैपेसिटी वाला क्वेश्चन तो मैं नहीं करवाऊंगा, उसका रीजन की है कैपेसिटी पाई आर स्केयर एच लगा के तुम खुद फाइंड करोगे। हाँ, इनर कर्व्ड सरफेस एरिया किवें फाइंड करना तो रेडियस किवें फाइंड करना, वो दो पार्ट्स मैं करवा रहा। लेट अस सी द सोल्यूशन ऑफ दिस क्वेश्चन। वैल स्टूडेंट्स, आपां नूं ये चीज़ पता वा भी इनर कर्व्ड सरफेस एरिया, इनर कर्व्ड सरफेस एरिया मल्टीप्लाइड बाय रेट इज इक्वल टू वट, टोटल कॉस्ट। ठीक है जी, आप ये फॉर्मूला यूज़ करके टोटल कॉस्ट कढ़ते होंगे सी भी जिन्ना कर्व्ड सरफेस एरिया वा कितना रेट है तो टोटल कॉस्ट निकल आती होंगी सी। हुण आप इत्थे लिखांगे इनर कर्व्ड सरफेस एरिया मल्टीप्लाइड बाय 1 इज इक्वल्स टू टोटल कॉस्ट अपॉन रेट। टोटल कॉस्ट जो अपन दी हुई है वो हैगी अपनी 2200 तो रेट अपन इत्थे दिता होया इस टाइम 20। तो इनू कैंसल आउट कर दो राजे, इनू कैंसल आउट करके वट यू विल हैव हियर 110 मीटर स्क्वेयर। तो इनर कर्व्ड सरफेस एरिया कितना आ गया 110 मीटर स्क्वेयर। इतों आप इनर कर्व्ड सरफेस एरिया तक कढ़ चुके हैं। उस तो बाद इहदा सैकेंड पार्ट देखो, सैकेंड पार्ट दे विच आपां नूं दिता की होया, हाइट दी हुई है आपां नूं 10 मीटर, रेडियस आर आपां फाइंड करना वा। ठीक है, इनर सरफेस एरिया ऑफ द वैसल, इनर सरफेस एरिया हुंदा की आ 2 पाई आर एच इज इक्वल टू दिता कि इक्वल होया आप 110 मीटर स्केयर के इक्वल आप फाइंड किया। तो इनू यूज़ करके आप एच की वैल्यू फिल कर देंगे, पाई की वैल्यू फिल कर देंगे तो अपने को आर की वैल्यू आ जाएगी इतने। दिस इम्पलाइज ये बनेगा 2 मल्टीप्लाई 22/7 मल्टीप्लाई आर मल्टीप्लाई एच, एच की वैल्यू 10 दी हुई है इक्वल टू की दिता है 110। देखो आ 0 के नाल मैं 0 कटती। ठीक है, 11 के टेबल से 22 कटता 2 ते 2 2 का कितना हो गया इतने अपने को 4। तो अपने को जो इत्थे आर की वैल्यू आएगी वो आएगी अपने को आर की वैल्यू 7/4 आ उधर जाके उल्ट जाएगा। ठीक है, इनू जो डिवाइड करोगे तो हमारे को आंसर आएगा 1.75। आई होप सो दिस इज क्लीयर टू यू। ये आंसर अपने को आर का आ गया। सो रेडियस आपको मिल चुका है। थर्ड क्वेश्चन थर्ड पार्ट की करना है, थर्ड पार्ट के ਇਹਦੀ ਉਹ फाइंड करने अपने कैपेसिटी फाइंड करनी है। कैपेसिटी किमें फाइंड करनी है, दैट इज़ पाई आर स्क्वायर एच का फॉर्मूला यूज़ करके। सो उसको ਤੁਹਾਨੂੰ कैपेसिटी ਇਹਦੀ मिल जाएगी, क्वेश्चन ਤੁਹਾਡਾ हो जाएगा ख़त्म। नाउ लेट अस सी द क्वेश्चन नंबर 6। What is the statement for the question number 6? The capacity of a closed cylindrical vessel of height 1 meter is any liters? ਲੀਟਰਾਂ ਦੇ ਵਿੱਚ ਆਪਾਂ ਨੂੰ ਇੱਕ ਕਲੋਜ਼ ਸਿਲੈਂਡਰੀਕਲ ਜਿਹੜੀ ਵੈਸਲ ਆ ਉਹਦੀ ਕਪੈਸਿਟੀ ਦਿੱਤੀ ਹੋਈ ਹੈ। ਇਹ ਸਿਲੰਡਰ ਜਿਹੜਾ ਹੈਗਾ 1 ਮੀਟਰ ਹਾਈਟ ਵਾਲਾ ਸਿਲੰਡਰ, ਇੱਥੇ ਮੀਟਰ ਹੈ ਤੇ ਇੱਥੇ ਲੀਟਰ ਦਿੱਤਾ ਹੋਇਆ, ਮਤਲਬ ਆਪਾਂ ਨੂੰ ਵੋਲੀਅਮ ਦਿੱਤਾ ਹੋਇਆ ਇਹ। ਹਾਊ ਮੈਨੀ ਸਕੁਆਇਰ ਮੀਟਰਸ ਆਫ ਮੈਟਲ ਸ਼ੀਟ ਵੁੱਡ ਬੀ ਨੀਡਡ ਟੂ ਮੇਕ ਇਟ? ਕਿੰਨੀ ਮੈਟਲ ਸ਼ੀਟ ਚਾਹੀਦੀ ਹੈ ਇਹਨੂੰ ਬਣਾਉਣ ਦੇ ਲਈ? ਤਾਂ ਆਪਾਂ ਮੈਟਲ ਸ਼ੀਟ ਕਿੰਨੀ ਚਾਹੀਦੀ ਹੈ, ਮਤਲਬ ਕਰਵਡ ਸਰਫੇਸ ਏਰੀਆ ਲੱਗ ਰਿਹਾ ਤੇ ਮੈਟਲ ਸ਼ੀਟ ਬਣਾਉਣ ਲਈ। ਸੋ ਆਪਾਂ ਕਰਵਡ ਸਰਫੇਸ ਏਰੀਆ ਆਫ ਵੈਸਲ ਪਲੱਸ ਏਰੀਆ ਆਫ 2 ਸਰਕੂਲਰ ਲਿਡਸ ਉਹ ਆਪਾਂ फाइंड करांगे भी कितनी लग रही है। ਉਹਦੇ ਲਈ ਆਪਾਂ ਨੂੰ जो रेडियस वगैरह कुछ भी चीज़ें चाहिए ने, हाइट तो अपन दी हुई है। ठीक है, सो रेडियस फाइंड करना, आप रेडियस वगैरह देखते हैं कितना फाइंड होएगा। लेट अस सी द सोल्यूशन ऑफ दिस क्वेश्चन। हाँ जी स्टूडेंट्स, क्वेश्चन नंबर 6 देखो, अपन कैपेसिटी दी हुई सी वैसल की, मतलब वॉल्यूम दिता होया सी अपन वैसल का। दैट वॉल्यूम इज़ गिवन टू अस 15.4 लीटरस। तो लीटरस में सब तो पहले आप मीटर क्यूब से चेंज करांगे, वो आएगा 15.4/1000 मीटर क्यूब। ठीक है जी, मतलब ये अपने को आ गया एक तरह के नाल 154/10,000 मीटर क्यूब। तो इनू जो आप 4 डिजिट छड़ के पॉइंट लगाने, इट विल बी 0.0154 मीटर क्यूब। सो ये है इसका वॉल्यूम का आंसर। वॉल्यूम आप फाइंड कर लिया। हुण अपन पता है भी वॉल्यूम जो हुंदा वा ਉਹਦਾ ਫਾਰਮੂਲਾ ਐਕਚੁਅਲ ਚ ਕੀ ਹੁੰਦਾ। ਵॉल्यूम ਦਾ ਫਾਰਮੂਲਾ ਹੁੰਦਾ ਪਾਈ ਆਰ ਸਕੁਆਇਰ ਐਚ। ਇਹਦਾ ਮਤਲਬ ਪਾਈ ਆਰ ਸਕੁਆਇਰ ਐਚ ਹੋ ਗਿਆ 0.0154 ਦੇ ਇਕੁਅਲ। ਠੀਕ ਹੈ ਜੀ, ਆਰ ਆਪਾਂ ਫਾइंड ਕਰਾਂਗੇ, ਐਚ ਦੀ ਵੈਲਿਊ ਗਿਵਨ ਆ, ਪਾਈ ਦੀ ਵੈਲਿਊ ਗਿਵਨ ਆ। ਤਾਂ ਇੱਥੇ ਆਏਗਾ 22/7 ਮਲਟੀਪਲਾਈ ਆਰ ਸਕੁਆਇਰ ਮਲਟੀਪਲਾਈ 1 ਇਜ਼ ਇਕੁਅਲ ਟੂ 0.0154। ਤਾਂ ਇੱਥੋਂ ਆਰ ਸਕੁਆਇਰ ਜੋ ਹੈ ਉਹ ਕਿੰਨਾ ਆਏਗਾ 0.0154 ਮਲਟੀਪਲਾਈ 7 ਓਵਰ 22। ਆ ਚੀਜ਼ ਆ ਗਈ ਆਪਣੇ ਕੋਲ। ਤਾਂ ਹੁਣ ਆਪਾਂ ਇੱਥੋਂ ਕੈਲਕੂਲੇਸ਼ਨ ਕਰਨੀ ਸਟਾਰਟ ਕਰਦੇ ਹਾਂ। ਕੈਲਕੂਲੇਸ਼ਨ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਸੀਂ ਇਹਨੂੰ ਕੀ ਕਰੋਗੇ, ਦੇਖੋ 22 ਦੇ ਟੇਬਲ 'ਤੇ 154 ਜੋ ਹੈ ਉਹਨੂੰ ਆਪਾਂ ਕੈਂਸਲ ਆਊਟ ਕਰਦੇ ਹਾਂ। ਇਟ ਵਿਲ ਬੀ ਕੈਂਸਲ ਆਊਟ ਔਨ 0.0007 ਮਲਟੀਪਲਾਈਡ ਬਾਈ 7। ਸੋ ਇਟ ਵਿਲ ਬੀ 0.0049। ਠੀਕ ਹੈ ਜੀ, ਆ ਚੀਜ਼ ਆ ਗਈ ਆਪਣੇ ਕੋਲ। ਤਾਂ 0.0049 ਨੂੰ ਮੈਂ ਲਿਖ ਸਕਦਾ 49/10,000। 4 डिजिट्स ने 4 अखर लग गए।
दिस इंप्लाइज r इज इक्वल टू √49/10,000। ਹੁਣ ਅੰਡਰ ਰੂਟ ਕਿੱਥੋਂ ਆਇਆ, ਇੱਥੇ ਆਰ ਸਕੇਅਰ ਦੀ ਵੈਲਿਊ ਇੰਨੀ ਆਈ ਸੀ ਤਾਂ ਕੱਲੀ ਆਰ ਦੀ ਵੈਲਿਊ ਅੰਡਰ ਰੂਟ 'ਚ ਆਏਗੀ, ਤਾਂ ਉੱਪਰ ਮੇਰੇ ਕੋਲ 7 ਬਚਿਆ, ਨੀਚੇ ਮੇਰੇ ਕੋਲ ਬਚੇਗਾ 100, ਤਾਂ ਮੇਰੇ ਕੋਲ ਜੋ ਆਂਸਰ ਆਏਗਾ ਉਹ ਆਏਗਾ 0.07 ਮੀਟਰ। ਸੋ ਰੇਡੀਅਸ ਮੈਂ ਇੱਥੇ ਫਾਈਂਡ ਕਰ ਲਿਆ ਵੈਸਲ ਦਾ। ਉਸ ਤੋਂ ਬਾਅਦ ਏਰੀਆ ਆਫ ਦਾ ਮੈਟਲ ਸ਼ੀਟ ਰਿਕੁਆਇਰਡ। ਹੁਣ ਆਪਾਂ ਨੂੰ ਚਾਹੀਦਾ ਕੀ ਹੈ, ਏਰੀਆ ਆਫ ਮੈਟਲ ਸ਼ੀਟ ਰਿਕੁਆਇਰਡ, ਵੀ ਕਿੰਨੀ ਮੈਟਲ ਸ਼ੀਟ ਲੱਗੀ ਹੈ। ਏਰੀਆ ਆਫ ਮੈਟਲ ਸ਼ੀਟ ਰਿਕੁਆਇਰਡ, ਕਿੰਨਾ ਏਰੀਆ ਆਪਾਂ ਨੂੰ ਮੈਟਲ ਸ਼ੀਟ ਦਾ ਚਾਹੀਦਾ। ਦੇਖੋ ਆਪਾਂ ਨੂੰ ਇੱਕ ਤਾਂ ਕਰਵਡ ਸਰਫੇਸ ਏਰੀਆ ਚਾਹੀਦਾ, ਕਰਵਡ ਸਰਫੇਸ ਏਰੀਆ, ਠੀਕ ਹੈ, ਪਲੱਸ ਆਪਾਂ ਨੂੰ ਚਾਹੀਦਾ ਵਾ ਏਰੀਆ ਆਫ ਟੂ ਸਰਕਲਸ। ਸੋ ਕਰਵਡ ਸਰਫੇਸ ਏਰੀਆ ਦਾ ਫਾਰਮੂਲਾ ਹੁੰਦਾ 2πRH ਪਲੱਸ ਸਰਕੂਲਰ ਬੇਸਿਸ ਦਾ ਹੁੰਦਾ ਵਾ πr², 2πr²। ਤਾਂ ਇੱਥੋਂ ਮੈਂ ਇਹਨਾਂ ਚੋਂ ਕੀ ਕੀਤਾ, 2πr ਕਾਮਨ ਕੱਢਿਆ, ਨੈਕਸਟ ਮੇਰੇ ਕੋਲ ਬਚ ਗਿਆ h + r। ਸੋ ਉਹ ਲਿਖ ਲਿਆ, ਇਹਦੇ ਵਿੱਚ ਮੈਂ ਵੈਲਿਊਜ਼ ਫਿਲ ਕਰੂੰਗਾ 2 × 22/7 × r ਦੀ ਵੈਲਿਊ ਮੇਰੇ ਕੋਲ ਹੈਗੀ ਹੈ 0.07, ਇੱਥੇ ਆਏਗਾ 0.07 ਪਲੱਸ h ਹਾਈਟ 1, ਠੀਕ ਹੈ ਜੀ। ਤਾਂ ਇੱਥੋਂ ਹੁਣ ਕੈਲਕੂਲੇਸ਼ਨ ਸੋਲਵ ਕਰਦੇ ਹਾਂ, ਇਟ ਵਿਲ ਬੀ 44, ਆ 7 ਦੇ ਨਾਲ ਆ 7 ਕੱਟਿਆ ਜਾਏਗਾ, ਅਪੋਨ 'ਚ ਕਿੰਨਾ ਰਹਿ ਜਾਏਗਾ 100 ਰਹਿ ਜਾਏਗਾ ਆਪਣੇ ਕੋਲ, ਇੱਥੇ ਆਪਣੇ ਕੋਲ ਆਏਗਾ 1.07, ਠੀਕ ਹੈ ਨਾ ਜੀ। ਸੋ ਆਫਟਰ ਦਿਸ ਹੁਣ ਆਪਾਂ ਕੀ ਕਰਨਾ ਵਾ, 44 × 107 ਅਪੋਨ 100 × 100, ਇਹਨਾਂ ਨੂੰ ਆਪਸ 'ਚ ਮਲਟੀਪਲਾਈ ਕਰ ਦਿਓ, ਉੱਪਰਲਿਆਂ ਨੂੰ ਮਲਟੀਪਲਾਈ ਕਰਕੇ ਨੀਚੋਂ 4 ਡਿਜਿਟ ਛੱਡ ਕੇ ਆਪਾਂ ਪੁਆਇੰਟ ਲਗਾਵਾਂਗੇ, ਤਾਂ ਆਪਣੇ ਕੋਲ ਆਂਸਰ ਆਏਗਾ 0.4708 ਮੀਟਰ ਸਕੁਅਰ। ਸੋ ਦਿਸ ਵਿਲ ਬੀ ਦ ਆਂਸਰ ਆਫ ਯੂਰ ਰਿਕੁਆਇਰਡ ਕੁਐਸਚਨ। Here your question is over. Now let us see the another important question, that is question number 7. See the statement of question number 7 in your books also. What they are going to tell us. The statement of question number 7 is, a lead pencil consists of cylinder of wood with a solid cylinder of graphite filled in the interior. ਪੈਨਸਲ ਆਪਾਂ ਨੂੰ ਪਤਾ ਵਾ ਵੀ ਉਹ ਸਿੱਕਾ ਗ੍ਰੇਫਾਈਟ ਦਾ ਹੁੰਦਾ ਵਾ, ਉਹ ਇੰਟੀਰੀਅਰ 'ਚ ਫਿਲ ਕੀਤਾ ਹੋਇਆ। The diameter of the pencil is 7 mm and the diameter of the graphite is 1 mm. If the length of the pencil is this one, find the volume of the wood that of the graphite. ਗ੍ਰੇਫਾਈਟ ਤੋਂ ਇਲਾਵਾ ਕਿੰਨੀ ਵੁੱਡ ਉਹ 'ਚ ਯੂਜ਼ ਹੋਈ ਆ ਉਹ ਫਾਈਂਡ ਕਰਨਾ। ਤੁਸੀਂ ਯਾਦ ਹੋਣਾ ਤੁਹਾਨੂੰ ਮੈਂ ਇਸ ਤੋਂ ਪਹਿਲੇ ਕੁਐਸਚਨ ਕਰਵਾਇਆ ਸੀ ਵੁੱਡ ਵਾਲਾ ਹੀ, ਠੀਕ ਹੈ, ਫਾਈਂਡ ਦ ਵੋਲਿਊਮ ਆਫ ਵੁੱਡ। ਸੇਮ ਕੁਐਸਚਨ ਆ ਡਿਟੋ, ਇਹਦੇ ਵਿੱਚ ਵੀ ਤੁਸੀਂ ਕੀ ਕਰਨਾ ਵਾ, ਵੋਲਿਊਮ ਆਫ ਵੁੱਡ ਹੀ ਕੱਢਣਾ ਵਾ। ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਕਰਾਂਗੇ ਕੀ, ਰੇਡੀਅਸ ਜੋ ਆਪਾਂ ਨੂੰ ਗ੍ਰੇਫਾਈਟ ਦਾ ਆਪਾਂ r ਮੰਨ ਲਾਂਗੇ, ਰੇਡੀਅਸ ਆਪਾਂ ਨੂੰ ਪਤਾ ਨਹੀਂ, ਡਾਇਆਮੀਟਰ 2r ਹੋ ਗਿਆ, 2r, ਤਾਂ r ਦੀ ਵੈਲਿਊ ਉੱਥੋਂ ਆਪਣੇ ਕੋਲ ਮਿਲ ਜਾਏਗੀ। ਸੋ ਦੇਖੋ ਰਾਜੀ ਇਹਦਾ ਸੋਲਿਊਸ਼ਨ ਕਿਵੇਂ ਕਰਨਾ। ਓਕੇ, ਸੋ ਨਾਓ ਵੀ ਕੈਨ ਸੀ ਦ ਸੋਲਿਊਸ਼ਨ ਆਫ ਦ ਕੁਐਸਚਨ ਨੰਬਰ 7। ਦੇਖੋ ਆਪਾਂ ਨੂੰ ਪਤਾ ਵਾ ਰੇਡੀਅਸ ਆਫ ਗ੍ਰੇਫਾਈਟ b, ਆਪਾਂ ਇੱਥੇ ਲਿਖਾਂਗੇ ਰੇਡੀਅਸ ਆਫ ਗ੍ਰੇਫਾਈਟ b ਇਕੁਅਲਸ ਟੂ r, ਠੀਕ ਹੈ ਜੀ। ਉਸ ਤੋਂ ਬਾਅਦ ਤਾਂ ਇਹਦਾ ਡਾਇਆਮੀਟਰ ਕਿੰਨਾ ਆ ਜਾਏਗਾ, ਡਾਇਆਮੀਟਰ ਪਤਾ ਆਪਾਂ ਨੂੰ 2r ਹੁੰਦਾ, ਡਾਇਆਮੀਟਰ ਦਿੱਤਾ ਕਿੰਨਾ ਹੋਇਆ ਆਪਾਂ ਨੂੰ 1 mm ਦਿੱਤਾ ਹੋਇਆ, ਤਾਂ r ਦੀ ਵੈਲਿਊ ਕਿੰਨੀ ਆਏਗੀ 1/2 mm ਆ ਜਾਏਗੀ। ਹੁਣ mm ਨੂੰ ਆਪਾਂ cm ਦੇ ਵਿੱਚ ਚੇਂਜ ਕਰਨਾ, ਤਾਂ ਉਹ ਕਿਵੇਂ ਚੇਂਜ ਕਰ ਦਿੰਦੇ ਆ, 1/2 ਮਲਟੀਪਲਾਈ 1/10, ਇਟ ਵਿਲ ਬੀ 1/20 ਸੈਂਟੀਮੀਟਰ। ਸੋ ਇਹ ਤਾਂ ਆ ਗਿਆ ਆਪਣੇ ਕੋਲੇ ਰੇਡੀਅਸ ਆਫ ਆ ਗ੍ਰੇਫਾਈਟ। ਹਾਈਟ ਆਫ ਅ ਗ੍ਰੇਫਾਈਟ ਦਿੱਤੀ ਹੋਈ ਆ ਆਪਾਂ ਨੂੰ, ਹਾਈਟ ਆਫ ਅ ਗ੍ਰੇਫਾਈਟ ਦਿੱਤੀ ਹੋਈ ਆ 14 ਸੈਂਟੀਮੀਟਰ, ਠੀਕ ਹੈ ਜੀ। ਹਾਈਟ ਆਪਾਂ ਨੂੰ ਸੈਂਟੀਮੀਟਰ 'ਚ ਆਲਰੇਡੀ ਗਿਵਨ ਹੈ। ਤਾਂ ਵੋਲਿਊਮ ਆਫ ਗ੍ਰੇਫਾਈਟ ਕਿੰਨਾ ਆਏਗਾ, ਵੋਲਿਊਮ ਆਫ ਗ੍ਰੇਫਾਈਟ ਉਹ ਕਿੰਨਾ ਆਏਗਾ ਆਪਣੇ ਕੋਲ, ਉਹੀ πr² ਵਾਲਾ ਫਾਰਮੂਲਾ ਯੂਜ਼ ਕਰਾਂਗੇ। ਇਟ ਵਿਲ ਬੀ 22/7 ਮਲਟੀਪਲਾਈ r² r² ਮਤਲਬ 1/20 ਮਲਟੀਪਲਾਈ 1/20 ਮਲਟੀਪਲਾਈ h and h is 14, ਠੀਕ ਹੈ ਜੀ। ਸੋ ਆਫਟਰ ਸੋਲਵਿੰਗ ਦਿਸ ਕੈਲਕੂਲੇਸ਼ਨ ਵੀ ਵਿਲ ਹੈਵ ਏਅਰ 11/100 ਵਿਚ ਇਜ਼ ਇਕੁਅਲਸ ਟੂ 0.11 ਸੈਂਟੀਮੀਟਰ। ਸੋ ਇਹ ਆ ਗਿਆ ਆਪਣੇ ਕੋਲੇ ਵੋਲਿਊਮ ਆਫ ਅ ਗ੍ਰੇਫਾਈਟ। ਹੁਣ ਆਪਾਂ ਰੇਡੀਅਸ ਆਫ ਪੈਨਸਲ ਦੀ ਗੱਲ ਕਰਦੇ ਹਾਂ। ਰੇਡੀਅਸ ਆਫ ਪੈਨਸਲ, ਪੈਨਸਿਲ ਦਾ ਰੇਡੀਅਸ ਆਪਣੇ ਕੋਲੇ r ਹੈ, ਠੀਕ ਹੈ। ਤਾਂ ਡਾਇਆਮੀਟਰ ਕਿੰਨਾ ਆਏਗਾ 2r, ਬਟ ਡਾਇਆਮੀਟਰ ਕਿਹਦੇ ਇਕੁਅਲ ਦਿੱਤਾ ਹੋਇਆ ਹੈ 7 mm ਦੇ ਇਕੁਅਲ ਦਿੱਤਾ ਹੋਇਆ ਹੈ। ਤਾਂ ਇਹਦਾ ਮਤਲਬ r ਦੀ ਵੈਲਿਊ ਆਏਗੀ 7/2 mm।
ਸੈਂਟੀਮੀਟਰਸ ਦੇ ਵਿੱਚ ਕਨਵਰਟ ਕਰਾਂਗੇ 7/2 ਮਲਟੀਪਲਾਈ 1/10 ਸੈਂਟੀਮੀਟਰ, ਇਟ ਵਿਲ ਬੀ ਇਕੁਅਲਸ ਟੂ 7/20 ਸੈਂਟੀਮੀਟਰ। ਸੋ ਇਹ ਆ ਗਿਆ ਆਪਣੇ ਕੋਲ 7/20 ਸੈਂਟੀਮੀਟਰ ਰੇਡੀਅਸ ਆਫ ਪੈਨਸਲ। ਉਸ ਤੋਂ ਬਾਅਦ ਵੋਲੀਅਮ ਆਫ ਵੁੱਡ, ਤਾਂ ਆਪਾਂ ਵੋਲੀਅਮ ਆਫ ਜੋ ਵੁੱਡ ਕੱਢਾਂਗੇ, ਠੀਕ ਹੈ ਜੀ, ਵੋਲੀਅਮ ਆਫ ਪੈਨਸਲ, ਸੌਰੀ ਪੈਨਸਲ ਦਾ ਵੋਲੀਅਮ ਉਹ ਕਿੰਨਾ ਆਏਗਾ ਆਪਣੇ ਕੋਲ πr²h, ਇੱਥੇ r ਕੈਪੀਟਲ ਯੂਜ਼ ਕਰ ਲਓ, ਠੀਕ ਹੈ ਜੀ। ਤਾਂ ਪਾਈ ਦੀ ਵੈਲਿਊ 22/7 ਆ, ਆਰ ਦੀ ਵੈਲਿਊ ਆਪਣੇ ਕੋਲ ਕਿੰਨੀ ਆਏਗੀ, ਆਰ ਦੀ ਵੈਲਿਊ ਫਿਲ ਕਰ ਦਿੰਦੇ ਆਪਾਂ 7/20 ਮਲਟੀਪਲਾਈ 7/20 ਇਨਟੂ h ਹਾਈਟ, ਹਾਈਟ ਦੀ ਵੈਲਿਊ h ਦੀ ਆਪਣੇ ਕੋਲ ਕਿੰਨੀ ਗਿਵਨ ਆ, ਦ ਵੈਲਿਊ ਆਫ ਦ ਹਾਈਟ h ਇਜ਼ 14 cm। ਸੋ ਇੱਥੇ ਦੇਖੋ 7 ਦੇ ਨਾਲ 7 ਕੈਂਸਲ ਹੋ ਜਾਏਗਾ, 2 ਦੇ ਟੇਬਲ ਤੇ 11, 2 ਦੇ ਟੇਬਲ ਤੇ 10, 2 ਦੇ ਟੇਬਲ ਤੇ 7, 2 ਦੇ ਟੇਬਲ ਤੇ 10, ਇਹਨਾਂ ਸਾਰਿਆਂ ਨੂੰ ਮਲਟੀਪਲਾਈ ਕਰਕੇ 100 ਨਾਲ ਕਰਾਂਗੇ ਆਪਾਂ ਡਿਵਾਈਡ। ਜਦੋਂ ਆਪਾਂ 100 ਨਾਲ ਡਿਵਾਈਡ ਕਰਾਂਗੇ ਵੀ ਵਿਲ ਹੈਵ ਏਅਰ 5.39 ਸੈਂਟੀਮੀਟਰ ਕਿਊਬ। ਹੁਣ ਆਪਾਂ ਕੱਢਣਾ ਵਾ ਵੋਲੀਅਮ ਆਫ ਵੁੱਡ, ਵੁੱਡ ਦਾ ਵੋਲੀਅਮ ਕੱਢਣਾ ਆਪਾਂ, ਤੇ ਵੁੱਡ ਦਾ ਵੋਲੀਅਮ ਆਏਗਾ ਕਿੰਨਾ, ਆਪਾਂ ਨੂੰ ਪਤਾ ਵੀ ਪੈਨਸਲ ਦਾ ਵੋਲੀਅਮ ਮਾਈਨਸ ਗ੍ਰੇਫਾਈਟ ਦਾ ਵੋਲੀਅਮ, ਇਹਨਾਂ ਦੋਨੋਂ ਨੂੰ ਆਪਾਂ ਕਰਾਂਗੇ ਮਾਈਨਸ, ਮਤਲਬ 5.39 ਮਾਈਨਸ 0.11, ਸੋ ਇਟਸ ਆਂਸਰ ਇਜ਼ 5.28 centimeter cube. So this will be the answer of your question number 7. So here your question number 7 is also over, and students after this question number 8 जो कि last question है, that question is your homework question. You have to do this question by your own self. So here your this exercise is completed. So now students, we will continue our video with the new exercise 13.7. That exercise is based on a cone. Volume of the cone. What is the formula for the volume of cone? This is a required formula 1/3 πr²h, क्योंकि अपन पता कोन जी होंगी तीसरा हिस्सा होंगी है, कोन का वॉल्यूम तीसरा हिस्सा होंगे सिलेंड्रिकल वॉल्यूम के नालों, ठीक है जी। सो दैट्स वाई आप वॉल्यूम कितना कंसीडर करते हैं πr²h/3, यानी कि 1/3 πr²h। सो कॉनिकल अपने को जो वॉल्यूम होंगे वो आप देख चुके हैं। लेट अस सी द क्वेश्चंस। फर्स्ट देखो राजी, तुम देख सकते हो, फाइंड द वॉल्यूम ऑफ द राइट सर्कुलर कोन। रेडियस दिता हुआ, हाइट दी हुई है, ठीक है जी। सो सोल्यूशन देखते हैं। फर्स्ट क्वेश्चन ऑफ दिस एक्सरसाइज इज सिंपली आप की फाइंड करना है, रेडियस दिता हुआ आपको, हाइट दी हुई है, आप कोन का वॉल्यूम फाइंड करना है। फर्स्ट क्वेश्चन 13.7 एक्सरसाइज। सो हेयर रेडियस इज इक्वल टू 6 सेंटीमीटर एंड हाइट इज इक्वल टू 7 सेंटीमीटर। वॉल्यूम होंदा वा 1/3 πr²h. It means it will be 1/3 multiply 22/7 multiply 6 multiply 6 multiply by 7. This cancel out with this one, this cancel out with this one. So after doing the multiply, you will have here 264 centimeter cube. So this will be the answer of question number 1 first part. Question number 1 ਦੇ first part ਦਾ ਇਹ ਆਨਸਰ ਆ, ਤੇ question number 1 ਦਾ second part ਤੁਸੀਂ ਖੁਦ ਟਰਾਈ ਕਰੋਗੇ। आफ्टरवर्ड्स स्टूडेंट्स तुसीं देख सकते हो क्वेश्चन नंबर 2 की स्टेटमेंट। हुण क्वेश्चन नंबर 2 उहदी स्टेटमेंट है कि वो देखो ध्यान नाल, वट विल बी द स्टेटमेंट ऑफ क्वेश्चन नंबर 2 एंड द स्टेटमेंट इज द कैपेसिटी इन लीटरस ऑफ अ कॉनिकल वैसल्स। कैपेसिटी फाइंड करनी है लीटरस दे विच कॉनिकल वैसल की। आपां रेडियस दिता होया इन्ना, स्लैंड हाइट इन्नी दी हुई है, हाइट नहीं है स्लैंड हाइट आ, तो आपां नूं पता वा भी आपां एक रिलेशन इहो जिहा जानते हाँ भी स्लैंड हाइट की रेडियस में यूज़ करके आप पहला हाइट कढ़ सकते हैं, ठीक है जी। सो लेट अस सी द सोल्यूशन ऑफ दिस सेकंड क्वेश्चन। सेकंड का एक पार्ट मैं करवाऊंगा, एक पार्ट इज़ योर होमवर्क, सो दैट पार्ट यू हैव टू ट्राई बाय योर ओन सेल्फ। देखो सेकंड क्वेश्चन द फर्स्ट पार्ट करना की है जी, तुसी सेकंड क्वेश्चन के फर्स्ट पार्ट रेडियस जो दिता होया 7, उस तो बाद स्लैंड हाइट दी हुई है 25। आपां नूं एक रिलेशन पता है 25 द स्क्वायर इज इक्वल टू 7 द स्क्वायर प्लस हाइट द स्क्वायर, ठीक है जी। ये हो जाएगा अपने को 625 माइनस आ 79 सॉरी 7 द स्क्वायर 49 इधर माइनस हो जाएगा इक्वल्स टू एच स्क्वायर। दिस इंप्लाइज एच स्क्वायर की जो वैल्यू आ रही है वो आएगी 576, तो एच की वैल्यू कितनी आएगी √576, ठीक है जी। तो 576 का जो रूट सॉल्व करांगे इट विल बी 24 सेंटीमीटर। ये हो गया अपने को हाइट की वैल्यू 24 सेंटीमीटर अपने को हाइट आ गई। हुण कैपेसिटी ऑफ कॉनिकल वॉल कॉनिकल वैसल कैपेसिटी किमें कढ़नी है आपां, यानी कि वॉल्यूम 1/3 πr²h। हर वैल्यू तुहानूं गिवन आ, तुसीं वैल्यूज़ फिल करके इहनूं सॉल्व करोगे एंड यू विल गेट योर आंसर। नाउ वी विल कंटिन्यू आर थर्ड क्वेश्चन।
थर्ड क्वेश्चन कंटिन्यू करते हैं, देखते हैं थर्ड क्वेश्चन 'ਚ ਆਪਾਂ ਨੂੰ ਕੀ ਪੁੱਛਿਆ ਗਿਆ। ठीक है जी। सो स्टेटमेंट फॉर द थर्ड क्वेश्चन इज, see here the students, question number third, the height of a cone is 15 cm, if volume is this one, find the radius of the base। ठीक है जी, यूज पाई 3.14। ਸਿੰਪਲ ਜੀ ਗੱਲ ਆ, ਇਸ ਵਾਰ ਉਹਨੇ ਕੋਨ ਦੀ ਹਾਈਟ ਵੀ ਦਿੱਤੀ ਹੋਈ ਹੈ, ਵੋਲਿਊਮ ਵੀ ਦਿੱਤਾ ਹੋਇਆ, ਰੇਡੀਅਸ ਆਪਾਂ ਨੂੰ ਫਾਈਂਡ ਕਰਨ ਲਈ ਕਹਿ ਰਿਹਾ। ਬਹੁਤ ਸਿੰਪਲ ਕੁਐਸਚਨ, ਇਦਾਂ ਦੇ ਕੁਐਸਚਨ ਤਾਂ ਆਪਾਂ ਹੁਣ ਤੱਕ ਬਹੁਤ ਫੈਮੀਲੀਅਰ ਰਹਿ ਚੁੱਕੇ ਹਾਂ। ਸੋ ਲੈਟ ਅਸ ਸੀ, ਜੋ ਵੋਲਿਊਮ ਦਿੱਤਾ ਹੋਇਆ ਥਰਡ ਕੁਐਸਚਨ 'ਚ, ਵੋਲਿਊਮ ਦਾ ਫਾਰਮੂਲਾ ਹੁੰਦਾ 1/3 ਪਾਈ ਆਰ ਸਕੁਅਰ ਐਚ, ਅਤੇ ਵੋਲਿਊਮ ਦਿੱਤਾ ਕਿੰਨਾ ਹੋਇਆ ਆਪਾਂ ਨੂੰ 1570। ਹੁਣ ਆਪਾਂ ਇੱਥੇ 1/3 ਸੇਮ, ਪਾਈ ਦੀ ਵੈਲਿਊ 314/100 ਮਲਟੀਪਲਾਈ ਆਰ ਦੀ ਵੈਲਿਊ, ਆਰ फाइंड करनी है, एच की वैल्यू 15 है, इक्वल्स टू 1570। ठीक है जी। तो आ जो नीचे वाली टर्म्स होंगी उपर मल्टीप्लाई होंगी, जो उपर वाली टर्म्स ने नीचे, तो यदा मतलब आर स्क्वेयर इक्वल टू 1570 मल्टीप्लाइड बाय 100 मल्टीप्लाइड बाय 3 ओवर 314 मल्टीप्लाइड बाय 15। देखो 3 के टेबल से 15 जाएगा 5 ते, 5 के टेबल से ए नंबर कट दो, 5 3 का 15, 5 1 का 5, 5 4 से 20, 314 नाल 314 कट्टिया गया, अपने को बचे इत्थे 100। ਇਹਦਾ मतलब आर स्क्वेयर की वैल्यू कितनी आ गई 100। दिस इंप्लाइज आर की वैल्यू कितनी आएगी, ऑब्वियसली 10। ਇਹਦਾ रूट सॉल्व करेंगे, यू विल गेट हेयर 10 सेंटीमीटर योर वैल्यू ऑफ आर। सिमिलरली फोर्थ क्वेश्चन ਦੇ ਵਿੱਚ ਤੁਸੀਂ राइट सर्कुलर कोन ਦਾ वॉल्यूम ਦਿੱਤਾ ਹੋਇਆ ਤੇ ਤੁਸੀਂ फाइंड करनी है डायमीटर। डायमीटर मतलब रेडियस ਕੱਢ ਕੇ ਉਹਨੂੰ 2 ਨਾਲ ਕੀ ਕਰ ਦੋਗੇ, मल्टीप्लाई। सो दैट फोर्थ क्वेश्चन इज योर होमवर्क क्वेश्चन। लेट अस सी द क्वेश्चन नंबर 5 एंड इट्स स्टेटमेंट। क्वेश्चन नंबर 5 देखते हैं तो उसकी स्टेटमेंट देखते हैं, वट दे आर आस्किंग टू अस इन क्वेश्चन नंबर 5। सो सी हियर द स्टेटमेंट ऑफ क्वेश्चन नंबर 5। इफ कॉस्ट, जस्ट अ मिनट, दिस क्वेश्चन इज ऑफ नेक्स्ट एक्सरसाइज, yes। so here is the question number 5 statement। a conical pit of top diameter 3.5 मीटर is 12 मीटर deep। एक conical pit है ਜਿਹਦਾ टॉप diameter ਆ this one, मतलब रेडियस ਆਪਾਂ ਕੱਢ ਲਾਂਗੇ ਇੱਥੋਂ, ਹਾਈਟ ਆਪਾਂ ਨੂੰ ਦਿੱਤੀ ਹੋਈ ਹੈ 12 मीटर। what is the capacity in किलोलीटर्स, किलोलीटर्स ਦੇ ਵਿੱਚ ਇਹਦੀ कैपेसिटी ਕਿੰਨੀ ਆਏਗੀ, ਸੋ ਉਹ ਆਪਾਂ फाइंड करनी ਆ। according to the statement, whatever we are having, we have to use this statement for further investigation of the question। so this is question number 5 and its solution is, a conical pit diameter ਆਪਾਂ ਨੂੰ ਦਿੱਤਾ ਹੋਇਆ 3.5। this implies radius जो आएगा वो आएगा अपने को 3.5/2, कैंसल आउट करके इट विल बी 1.75 सेंटीमीटर। ठीक है, सॉरी जस्ट अ मीटर, ओनली मीटर ਦੇ ਵਿੱਚ ਦਿੱਤਾ ਹੋਇਆ 1.75 मीटर। ये आ गया अपने को। हाइट ਆਪਾਂ ਨੂੰ ਦਿੱਤੀ ਹੋਈ है 12 मीटर। ठीक है जी। उस तो बाद कैपेसिटी, कैपेसिटी मतलब वॉल्यूम, ਉਹਦਾ ਫਾਰਮੂਲਾ ਵਾ 1/3 ਪਾਈ ਆਰ ਸਕੁਅਰ ਐਚ। ਸਿੰਪਲ ਇੱਕ ਫਾਰਮੂਲਾ ਵਾ, ਇਹ ਫਾਰਮੂਲੇ ਦੇ ਵਿੱਚ ਤੁਸੀਂ ਵੈਲਿਊਜ਼ ਪੁੱਟ ਕਰੋਗੇ ਤੇ ਇਹਨੂੰ ਸੋਲਵ ਕਰੋਗੇ। कैलकुलेशन मैं इस बार नहीं सॉल्व कर रहा, मैं डायरेक्टली आंसर लिखूंगा। आफ्टर सॉल्विंग दिस कैलकुलेशन यू विल हैव हियर 77/2 मीटर क्यूब। ठीक है जी, ये थोड़ा कैलकुलेशन करके आंसर आएगा। दिस इंप्लाइज, इस तो बाद हुण देखो इत्थों की इंप्लाई हो रहा है, ਆਪਾਂ ਇਹਨੂੰ ਕਿਲੋ ਲੀਟਰ ਦੇ ਵਿੱਚ ਕਨਵਰਟ ਕਰਨਾ। ਆਪਾਂ ਨੂੰ ਪਤਾ ਵਾ ਵੀ 77/2 ਜੋ ਹੈ, ਠੀਕ ਹੈ, ਤਾਂ ਇਹਨੂੰ ਜੇ ਆਪਾਂ ਕਿਲੋ ਲੀਟਰ ਦੇ ਵਿੱਚ ਕਨਵਰਟ ਕਰਨਾ ਹੈ ਤਾਂ ਆਪਾਂ ਨੂੰ ਕਰਨਾ ਕੀ ਪਏਗਾ, 1 मीटर क्यूब जो ਹੁੰਦਾ, ਸਿੰਪਲ ਜੀ ਗੱਲ ਦੱਸਦਾ ਹੁਣ ਮੈਂ, 1 मीटर क्यूब ਜੋ ਹੁੰਦਾ ਉਹ 1 ਕਿਲੋ ਲੀਟਰ ਦੇ ਇਕੁਅਲ ਹੀ ਹੁੰਦਾ ਵਾ। ਮਤਲਬ ਸੇਮ ਕੁਆਂਟੀਟੀਜ਼ ਨੇ ਤਾਂ ਇਹ ਇੱਥੇ ਸੇਮ ਹੀ ਰਹਿ ਜਾਏਗਾ। ਇੱਥੇ ਆਪਾਂ ਮੀਟਰ ਕਿਊਬ ਦੀ ਜਗ੍ਹਾ ਤੇ ਕਿਲੋ ਲੀਟਰ ਵੀ ਲਿਖ ਸਕਦੇ ਹਾਂ। ਸੋ ਦਿਸ ਇਜ਼ ਦਾ ਆਂਸਰ ਆਫ ਯੂਰ ਕੁਐਸਚਨ ਨੰਬਰ 5। ਲੈਟ ਅਸ ਸੀ ਦਾ ਸਟੇਟਮੈਂਟ ਆਫ ਕੁਐਸਚਨ ਨੰਬਰ 6। ਕੁਐਸਚਨ ਨੰਬਰ 6 ਦੀ ਸਟੇਟਮੈਂਟ ਦੇਖਦੇ ਹਾਂ ਆਪਾਂ ਵੀ ਉਹਦੇ 'ਚ ਆਪਾਂ ਨੂੰ ਕੀ ਗਿਵਨ ਹੈ ਤੇ ਕੀ ਚੀਜ਼ ਆਪਾਂ ਨੂੰ ਫਾਈਂਡ ਕਰਨ ਲਈ ਕਹਿ ਰਹੇ ਆ। ਠੀਕ ਹੈ ਜੀ। So question number 6 statement is, the volume of a right circular cone is this one। volume ਦਿੱਤਾ ਹੋਇਆ ਹੈ, diameter of the base ਵੀ ਦਿੱਤਾ ਹੋਇਆ ਹੈ, volume ਤੋਂ ਆਪਾਂ height ਕੱਢ ਲਾਂਗੇ। ਠੀਕ ਹੈ ਜੀ, height ਹੀ find ਕਰਨੀ ਹੈ ਪਹਿਲੇ question 'ਚ, ਫਿਰ ਆਪਾਂ slant height find ਕਰਨੀ ਹੈ। height find ਹੋਗੀ, radius ਵੀ ਹੈਗਾ ਵਾ, height ਵੀ ਹੈਗੀ ਹੈ, ਤਾਂ slant height ਵੀ ਨਿਕਲ ਆਊਗੀ। curved surface area of the cone ਦਾ ਫਾਰਮੂਲਾ ਆਪਾਂ ਫੈਮਿਲੀਅਰ ਹੀ ਆਪਾਂ ਕਰ ਚੁੱਕੇ ਹਾਂ ਪਹਿਲਾਂ ਵੀ, ਪਾਈ ਆਰ ਐਲ। ਠੀਕ ਹੈ ਜੀ, ਉਹ ਪ੍ਰੀਵੀਅਸ ਐਕਸਰਸਾਈਜ਼ਿਸ ਦੇ ਵਿੱਚ ਆਪਾਂ ਕੀਤਾ ਸੀ, ਉਹ ਫਾਰਮੂਲਾ ਯੂਜ਼ ਕਰਕੇ ਤੁਸੀਂ ਕਰਵਡ ਸਰਫੇਸ ਏਰੀਆ ਕੁਐਸਚਨ ਨੰਬਰ 6 'ਚ फाइंड भी कर सकते हो। थोड़ा जिहा सोल्यूशन इहदा आपां थोड़ी हेल्प दे लई मैं थोड़ा जिहा सोल्यूशन इहदा सॉल्व करूँगा। क्वेश्चन नंबर 6 का देखो आपां नूं डायमीटर दिता होया सी, डायमीटर दिता होया 28 cm।
दिस इंप्लाइज रेडियस आएगा 14 cm। ओके, तो हुण उस तो बाद वॉल्यूम का फार्मूला होंगे 1/3 पाई आर स्क्वेयर एच, तो वॉल्यूम दिता होया 9856। तो इत्थे हुण देखो मैं वैल्यूज़ फिल कर रहा 1/3 मल्टीप्लाई 22/7 मल्टीप्लाई आर 14 मल्टीप्लाइड बाई एच इज इक्वल्स टू 9856। इन्ना आ जाएगा। 7 की टेबल से 14 कट्टिया जाएगा 2 के उपर, थोड़ी जी कैलकुलेशन ईजी होगी। ठीक है जी। उस तो बाद 22 × 2 होंगे 44 मल्टीप्लाई 14 मल्टीप्लाई एच अपॉन 3 इज इक्वल्स टू 9856। आफ्टरवर्ड्स 3 ऊपर जाएगा, बाकी सब कुछ नीचे आएगा। एच इज इक्वल टू 9856 मल्टीप्लाइड बाई 3 अपॉन 44 मल्टीप्लाई बाई 14। 2 के टेबल से इनू भी कैंसल करते हैं। 2 4 8, 2 9 18, 2 2 4, 2 8 16। ठीक है जी। इतने आएगा 22। अगेन 2 के टेबल से कैंसल करते हैं 11, तो इनू 2 के टेबल से कैंसल करते हैं। इतने आएगा 2 2 4, 2 4 8, 2 3 12, 2 4 8। ठीक है जी। तो इतने अपने को कितना आ गया सी 11 आ गया सी। हुण आप इनू 7 से कर देंगे, इनू फिर 2 के टेबल से कितना आ जाएगा 12, 2 1 2, 2 7 14, 12 17 अपने को आ गया 12 17 अपॉन दिस टर्म। ये जो टर्म है ये कैंसिल हो जाएगी 70, ये आ गया अपने को 12 17 मल्टीप्लाइड बाई 3 अपॉन 21। इन्हों कैंसल आउट जो करोगे यू विल गैट हेयर 48 सेंटीमीटर। इन्हों मल्टीप्लाई करो 21 नाल डिवाइड करो, थोड़ा आंसर आएगा 48 सेंटीमीटर। हाइट मिल गई। स्लैंट हाइट किमें कैलकुलेट करनी है तो वॉल्यूम किमें कैलकुलेट करना है, कर्व्ड सरफेस एरिया सॉरी थर्ड पार्ट। सैकेंड तो थर्ड पार्ट ईजी ने, वो तुसी खुद ट्राई करोगे। आई एम नॉट गोइंग टू सॉल्व सैकेंड एंड थर्ड पार्ट। ठीक है जी। सो हेयर योर क्वेश्चन नंबर 6 इज ऑल्सो ओवर। लेट अस सी योर क्वेश्चन नंबर्स नेक्स्ट, दैट इज क्वेश्चन नंबर 7. What is the statement for the question number 7? A right triangle ABC with sides 5 cm, 12 cm, 13 cm is revolved about the side 12 cm. Find the volume of the solid so obtained. देखो एक कोन है, तुसी कागज़ फाड़ लो, कागज़ की एक कागज़ की ट्रायंगल बना लो। ट्रायंगल बना के ना ਉਹਦਾ एक एंड फिक्स करके ਉਹਨੂੰ घुमा दो ट्रायंगल ਨੂੰ। जो तुसी वो ट्रायंगल ਨੂੰ ਘੁਮਾਓਗੇ ਤਾਂ ਉਹ ट्रायंगल कोन की शेप च आ जाऊगी अपने को। ठीक है जी। तो जो कोन की शेप च आ गई उस तो बाद आप कोन का वॉल्यूम फाइंड करना वा। सो देखते हैं आप इसका सोल्यूशन भी आप सॉल्व किमें करना है। सो नाउ यू कैन सी द स्टेटमेंट ऑफ क्वेश्चन नंबर 7। आ राइट सर्कुलर ट्रायंगल ABC विद साइड्स दिस वन। आप स्टेटमेंट पढ़ी सी, एक ट्रायंगल है, मैं तुम्हें ये कह रहा सी एक पेपर में तुसी कट कर लो, ट्रायंगल बना लो, ਉਹਨੂੰ एक ट्रायंगल ਨੂੰ ਨਾ वर्टिकल डायरैक्शन 'ਚ खड़े कर लो ट्रायंगल ਨੂੰ, फिर ਉਹਨੂੰ ਤੁਸੀਂ मूव करो इदा घुमाओ, जिमें आप चाबी घुमाने ना किसी टॉय की उदा ਉਹਨੂੰ इदा मूव करो उपरों कुछ इस डायरैक्शन इदा मूव करो, जिमें आप लैमन स्क्वीज़ करते हैं, नींबू निचोड़ते हैं, जिमें आप वो ट्रायंगल में जो घुमाओगे तो तुम ध्यान नाल देखो भी बेस से एक सर्कल बनेगा तो वो कोन की शेप लै लेगी अपने को। ठीक है जी। जो कोन की शेप लै लेगी तो आप वॉल्यूम फाइंड करना है, वॉल्यूम आएगा कितना। सो लेट अस सी द सोल्यूशन ऑफ दिस क्वेश्चन ऑल्सो। इंटरस्टिंग क्वेश्चन आ, थोड़ा जब अच्छा लगे पढ़ के भी क्वेश्चन में। देखो रेडियस अपन कोन का दिता होया है, क्वेश्चन कुछ भी नहीं देखा जाए जी। सब तो पहला 7th क्वेश्चन देखते हैं। आपको ये पता वा वैन राइट सर्कुलर ट्रायंगल ABC इज रिवॉल्व डाउन द साइड 12 सेंटीमीटर सॉलिड इज फॉर्मड कोन। तो जो सॉलिड है वो फॉर्म की होगा कोन बनेगा। द साइड 12 सेंटीमीटर बिकम्स द हाइट ऑफ द कोन। जी अपने को साइड है आ वाली ये हाइट बनेगी कोन की 12 सेंटीमीटर। उस तो बाद स्लैंट हाइट कोन की बनेगी अपने को ये वाली, ये हैगी अपन दी हुई 13। उस तो बाद अपने को बेस जो है वो कितना वा 5 सेंटीमीटर। सो ये हैगा कोन। जो इनू तुसी फ्लैप करोगे घुमाओगे नींबू वांगू स्क्वीज़ करोगे तो एक कोन की शेप बनेगी अपने को। तो कोन की शेप जो ये बन जाएगी हुण इस तो बाद आप करना की थोड़ा जहा मैं थोड़ा डायग्राम का होर आइडिया दे देना जी, थोड़ा हजे भी कन्फ्यूज है ना कुछ इस तरह। आ अपने को ट्रायंगल दी हुई है ऑलरेडी। ठीक है। तो जो तुम इनू रिवॉल्व करोगे तो यही बनेगी अपने को कुछ इस तरह। एक लाइन इधर आ जाएगी सेम टू सेम डायरैक्शन। उस तो बाद इत्थे एक सर्कुलर एंड बना देने आप इसदा कुछ इस तरह। ये बनेगी इदा कोन जो आप इनू फ्लैप करांगे। सो ये कोन बन गई। हुण हाइट आप कोन की कितनी कंसीडर कर रहे हैं 12 cm कंसीडर कर रहे हैं, तो रेडियस आप बेस का कितना कंसीडर कर रहे हैं आप 5 cm। तो वॉल्यूम का जो फॉर्मूला है वो होएगा 1/3 पाई आर स्क्वेयर एच। फॉर्मूला यूज़ करो, वैल्यूज़ फिल करो, डायरैक्टली यू हैव एन आंसर। थोड़े को आंसर आ जाएगा। इन्होंने पाई नू पाई ही रखा है क्वेश्चन के आंसर के। सो तुसी भी पाई नू पाई रख के क्वेश्चन सॉल्व कर सकते हो। ठीक है।
क्वेश्चन नंबर 7 ਤੇ क्वेश्चन नंबर 8 ਇੱਕ ਦੂਜੇ ਦੇ ਨਾਲ ਰਿਲੇਟਡ ਨੇ। क्वेश्चन नंबर 8 ਦੇ ਵਿੱਚ ਵੀ ਤੁਸੀਂ ਕੀ ਕਰੋਗੇ, ਵੋਲੀਅਮ ਆਫ ਕੋਨ ਹੀ ਕੱਢੋਗੇ ਤੇ ਕੋਨ ਦਾ ਵੋਲੀਅਮ ਕੱਢ ਕੇ ਜਿੰਨਾ क्वेश्चन नंबर 7 ਚ ਕੋਨ ਦਾ ਵੋਲੀਅਮ ਆਇਆ ਸੀ ਦੋਨਾਂ ਨੂੰ ਡਿਵਾਈਡ ਕਰਕੇ ਰੇਸ਼ੋ ਕੱਢ ਲਓਗੇ। ਵੈਸੇ ਸਟੂਡੈਂਟਸ क्वेश्चन नंबर 8 क्रॉस ਕਰ ਦਿਓ ਆਪਣੀ ਬੁੱਕ ਦੇ ਵਿੱਚੋਂ, ਇਦਾਂ ਦਾ क्वेश्चन ਕਦੇ ਨਹੀਂ ਆਉਂਦਾ ਵੀ ਪ੍ਰੀਵੀਅਸ क्वेश्चन ਦੀ ਸਟੇਟਮੈਂਟ ਦੇਖ ਕੇ ਤੁਸੀਂ ਇਹ ਵਾਲਾ क्वेश्चन ਸੋਲਵ ਕਰੋ, ਠੀਕ ਹੈ। ਸੋ ਅਕੋਰਡਿੰਗ ਟੂ ਮੀ ਯੂ ਹੈਵ ਟੂ क्रॉस ਦਾ क्वेश्चन नंबर 8। ਲੈਟ ਅਸ ਸੀ the last one, that is the last one, question number 9 of this chapter, last question number 9 of this video. So we will see this question here. A heap of wheat is in the form of cone। एक कनक की जी हीप बनाई हुई है वो मतलब की है कोन की शेप च, whose diameter is 10.5 meter and height is 3 meter। डायमीटर 10.5 मीटर आ, हाइट ਉਹਦੀ 3 ਮੀਟਰ ਆ। फाइंड इट्स वॉल्यूम, ਉਹਦਾ वॉल्यूम ਆਪਾਂ फाइंड ਕਰਾਂਗੇ। द हीप इज़ टू बी कवर्ड बाय कैनवस टू प्रोटैक्ट इट फ्रॉम रेन। ਜਿਹੜਾ ਉਹ ਤੰਬੂ ਜਿਹਾ ਬਣਾਇਆ ਹੋਇਆ ਵਾ ਉਹ ਕਣਕ ਨੂੰ ਮੀਂਹ ਤੋਂ ਬਚਾਉਣ ਲਈ ਬਣਾਇਆ ਗਿਆ। फाइंड द एरिया ऑफ द कैनवस रिक्वायर्ड। ਤਾਂ ਏਰੀਆ ਆਫ ਕੈਨਵਸ ਰਿਕੁਆਇਰਡ ਆਪਾਂ ਨੂੰ ਕਿੰਨੀ ਕੈਨਵਸ ਚਾਹੀਦੀ ਹੈ, ਮਤਲਬ ਕਰਵਡ ਸਰਫੇਸ ਏਰੀਆ, ਉਹ ਵੀ ਆਪਾਂ 9th ਕੁਐਸਚਨ ਦੇ ਵਿੱਚ ਕੀ ਕਰਾਂਗੇ, फाइंड आउट ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੋ ਆਪਾਂ ਨੂੰ ਗਿਵਨ ਆ ਉਹਨੂੰ ਯੂਜ਼ ਕਰਦੇ ਹਾਂ। क्वेश्चन नंबर 9, क्वेश्चन नंबर 9 ਦੇ ਵਿੱਚ ਡਾਇਆਮੀਟਰ ਆਪਾਂ ਨੂੰ ਗਿਵਨ ਆ, ਇਟ ਵਿਲ ਬੀ 2r ਆਪਾਂ ਨੂੰ ਪਤਾ ਹੈ ਤੇ ਉਹ ਹੈਗਾ ਵਾ 10.5 ਮੀਟਰ। ਆਫਟਰਵਰਡਸ ਤਾਂ ਰੇਡੀਅਸ ਆਪਣੇ ਕੋਲ ਕਿੰਨਾ ਆਏਗਾ 10.5/2। ਇਟਸ ਆਂਸਰ ਇਜ਼ 21/4 ਮੀਟਰ, ਠੀਕ ਹੈ ਜੀ। ਇਹ ਆਂਸਰ ਆਪਣੇ ਕੋਲ ਆ ਗਿਆ। ਹਾਈਟ ਆਫ ਦਾ ਹੀਪ ਦਿੱਤੀ ਹੋਈ ਹੈ ਆਪਾਂ ਨੂੰ, ਇਟ ਵਿਜ਼ 3 ਮੀਟਰ, ਠੀਕ ਹੈ ਜੀ। ਤਾਂ ਆਪਾਂ ਨੂੰ ਪਤਾ ਵੋਲੀਅਮ ਦਾ ਫਾਰਮੂਲਾ ਕੀ ਹੈ 1/3 मल्टीप्लाई पाई मल्टीप्लाई आर स्क्वेयर मतलब 21/4 मल्टीप्लाई 21/4 मल्टीप्लाइड बाय एच की वैल्यू अपने को कितनी है 3। 7 3 का 21, 3 के नाल 3 कैंसल हो गया। आफ्टरवर्ड्स 11 इत्थे आएगा अपने को 2, जिन्ने आप मैक्सीमम कैंसल कर सकते सी आप करते तो वॉल्यूम आएगा 693/4 2 8 मीटर क्यूब। ये आ गया अपने को वॉल्यूम। ਹੁਣ ਆਪਾਂ ਨੇ ਕੀ ਕਰਨਾ ਵਾ, ਆਪਾਂ ਨੇ ਕੱਢਣਾ ਸੀ ਉਹਦਾ ਕਰਵਡ ਸਰਫੇਸ ਏਰੀਆ। ਕਰਵਡ ਸਰਫੇਸ ਏਰੀਆ ਮਤਲਬ πr/l, ਉਹਦੇ ਲਈ l ਵੀ ਚਾਹੀਦੀ ਹੈ ਆਪਾਂ ਨੂੰ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, l ਦੀ ਵੈਲਿਊ ਫਾਈਂਡ ਆਊਟ ਕਰਾਂਗੇ। l ਦੀ ਵੈਲਿਊ ਕਿਵੇਂ ਫਾਈਂਡ ਹੋਣੀ ਹੈ, l² ਇਜ਼ ਇਕੁਅਲ ਟੂ r² ਪਲੱਸ h²। r² ਤੇ h² ਦੀ ਵੈਲਿਊ ਦੇਖੋ 21/4 ਦਾ ਸਕੁਅਰ ਪਲੱਸ 3 ਦਾ ਸਕੁਅਰ, ਇਟ ਵਿਲ ਬੀ 441/16 ਪਲੱਸ 9, ਠੀਕ ਹੈ ਜੀ। ਇਹਨੂੰ ਸੋਲਵ ਕਰ ਲਓ 585/16। आफ्टरवर्ड्स l ਦੀ ਵੈਲਿਊ ਇੰਨੀ ਆ ਗਈ, l² ਇਜ਼ ਇਕੁਅਲ ਟੂ 585/16, ਠੀਕ ਹੈ ਜੀ। ਤਾਂ l ਦੀ ਵੈਲਿਊ ਆਪਣੇ ਕੋਲ ਕਿੰਨੀ ਆਏਗੀ, ਦੇਖੋ l ਦੀ ਵੈਲਿਊ ਆਏਗੀ √585/4। 16 ਦਾ ਰੂਟ ਤਾਂ ਆਪਾਂ ਨੂੰ ਪਤਾ ਵੀ 4 ਆਊਗਾ, ਠੀਕ ਹੈ ਜੀ। ਤਾਂ ਮੈਂ ਇੱਥੇ l ਦੀ ਵੈਲਿਊ ਇੱਦਾਂ ਫਾਈਂਡ ਕਰ ਲਈ। ਹੁਣ ਆਪਾਂ ਕਰਵਡ ਸਰਫੇਸ ਏਰੀਆ ਯੂਜ਼ ਕਰਦੇ ਹਾਂ। ਤਾਂ ਕਰਵਡ ਸਰਫੇਸ ਏਰੀਆ ਉਹ ਆਪਣੇ ਕੋਲ ਕਿੰਨਾ ਆਏਗਾ πr/l। ਪਾਈ ਦੀ ਵੈਲਿਊ ਹੁੰਦੀ ਹੈ 22/7, ਠੀਕ ਹੈ ਜੀ। r ਦੀ ਵੈਲਿਊ ਆਪਣੇ ਕੋਲ ਕਿੰਨੀ ਹੈ 21/4 ਮਲਟੀਪਲਾਈ l ਦੀ ਵੈਲਿਊ ਹੈਗੀ ਹੈ 585/4। ਤਾਂ ਇੱਥੇ 22 ਕੱਟਿਆ ਗਿਆ 11 ਤੇ ਇੱਥੇ 2 ਤੇ ਆਏਗਾ, ਠੀਕ ਹੈ ਆਪਣੇ ਕੋਲ। ਤਾਂ ਆਪਣੇ ਕੋਲ ਇਹ ਆਂਸਰ ਦੇ ਵਿੱਚ ਆਏਗਾ 11 ਮਲਟੀਪਲਾਈ 21 ਮਲਟੀਪਲਾਈ √585 ਓਵਰ 7 ਮਲਟੀਪਲਾਈ 4 ਮਲਟੀਪਲਾਈਡ ਬਾਈ 2। ਇਹਨਾਂ ਸਾਰੇ ਨੰਬਰਸ ਨੂੰ ਆਪਾਂ ਸਿੰਪਲੀ ਮਲਟੀਪਲਾਈ ਕਰਾਂਗੇ ਤੇ ਜੋ ਆਂਸਰ ਆ ਗਿਆ। ਹਾਂਜੀ, ਇਹ ਰੂਟ ਤੁਸੀਂ ਸੋਲਵ ਕਰਨਾ ਤਾਂ ਕਰ ਸਕਦੇ ਹੋ, ਨਹੀਂ ਕਰਨਾ ਤਾਂ ਤੁਸੀਂ ਰੂਟ ਦੇ ਵਿੱਚ ਵੀ ਲਿਖ ਸਕਦੇ ਹੋ ਆਂਸਰ ਆਪਣਾ ਗਲਤ ਨਹੀਂ ਆਏਗਾ। ਸੋ ਦਿਸ ਇਜ਼ ਯੂਅਰ ਰਿਕੁਆਇਰਡ ਆਂਸਰ ਆਫ ਦਿਸ ਕੁਐਸਚਨ। ਸੋ ਹੇਅਰ ਯੂਅਰ 13.7 exercise is completed in this video. In the next video we will continue 13.8, that is the last exercise of this topic. Afterwards your chapter is completed. Till the time, thank you and have a wonderful day.